ਕੱਪੜਿਆਂ ਦੀ ਤੇ ਸ਼ਾਪਿੰਗ ਹੋ ਗਈ ਲਾਜਵਾਬ, ਪਰ ਜੁਐਲਰੀ ਕਿੱਥੋਂ ਲੈਣੀ ਹੈ? ਫਿਕਰ ਨਾ ਕਰੋ, ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾ ਰਹਿਣਗੇ ਨਹੀਂ, ਕਿਉਂਕਿ ਏਸੀ ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰਟ ਦੇ ਸੋਨੇ ਦੇ ਗਹਿਣੇ, ਔਰਤਾਂ ਮਰਦਾਂ ਬੱਚਿਆਂ ਦੇ ਵੰਨ-ਸਵੰਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ। ਇਹਨਾਂ ਦੇ ਸ਼ੋਰੂਮ 'ਚ ਸੋਨੇ, ਚਾਂਦੀ, ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ, ਜਿੱਥੇ ਹੈ ਕੁੰਦਨ ਸੈੱਟ, ਜੜਾਊ ਸੈੱਟ, ਪੋਲਕੀ ਸੈੱਟ, ਹੀਰੇ ਜੜੇ ਸੈੱਟ, ਲਾਈਟ ਵੇਟ ਨੈਕਲੇਸ, ਚੇਨ, ਕੜੇ, ਚੂੜੀਆਂ, ਨਗਾਂ ਵਾਲੀਆਂ ਸੋਹਣੀਆਂ ਮੁੰਦਰੀਆਂ, ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। ਏਸੀ ਜਿਊਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੋਰਟ ਐਵੀਨਿਊ, ਸਾਊਥ ਈਸਟ, ਕੈਂਟ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066। ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। USA ਦੀ ਵਨ ਆਫ ਦ ਬਿਗੇਸਟ ਕਾਰ ਡੀਲਰਸ਼ਿਪ ਜੋ ਬੈਥਲਮ PH ਹੈ, ਇੱਥੇ ਤੁਹਾਨੂੰ ਆਪਣੀ ਮਨਪਸੰਦ ਕਨਵਰਟੇਬਲ, SUV ਜਾਂ ਫਿਰ ਟਰੱਕ ਰੈਡੀ ਸਟਾਕ ਮਿਲਦਾ ਹੈ। ਇਹ ਤੁਹਾਨੂੰ ਤੁਹਾਡੀ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਕਾਰ ਚੂਜ਼ ਕਰਨ 'ਚ ਮਦਦ ਕਰਦੇ ਨੇ। ਤੁਸੀਂ ਕਾਲ ਕਰ ਸਕਦੇ ਹੋ ਦਿਲਬਾਗ ਜਿੰਮੀ ਨੂੰ 6105704200 ਜਾਂ 4848988100 ਤੇ, ਜਾਂ ਇਹਨਾਂ ਦੇ ਬਿਜ਼ਨਸ ਸਟਾਰ ਆਟੋ ਮਾਲ 3439 ਬਾਥ ਪਾਈਕ ਬੈਥਲਮ PA ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਬੈਡ ਕ੍ਰੈਡਿਟ ਨੋ ਪ੍ਰੋਬਲਮ। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ quicktrucklube.com। QTL, because we care. ਸਟੇਟ ਲਾਈਨ ਟਰੱਕ ਐਂਡ ਟ੍ਰੇਲਰ ਵਰਜੀਨੀਆ ਸਟੇਟ ਲਾਈਨ ਤੇ ਲੈ ਕੇ ਆਏ ਨੇ ਟਰੱਕ ਐਂਡ ਟ੍ਰੇਲਰ ਰਿਪੇਅਰ ਸ਼ਾਪ, ਇੰਟਰਸਟੇਟ 81 ਦੇ ਐਗਜ਼ਿਟ 323 ਆਪੋਜ਼ਿਟ ਫਲਾਈਂਗ ਜੇ ਟਰੱਕ ਸ਼ਾਪ, ਜਿੱਥੇ ਟਰੱਕਾਂ ਦੀ ਹਰ ਤਰ੍ਹਾਂ ਦੀ ਤਸੱਲੀ ਬਖਸ਼ ਮੁਰੰਮਤ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਪਾਰਕਿੰਗ ਤੇ ਆਫਿਸ ਸਪੇਸ ਵੀ ਹੈ ਉਪਲਬਧ। ਪੂਰੀ ਰਾਤ, ਹਫ਼ਤਾਵਾਰ ਜਾਂ ਮਹੀਨਾਵਾਰ ਪਾਰਕਿੰਗ ਅਤੇ ਟਰੱਕ ਰਿਪੇਅਰ ਲਈ ਜ਼ਰੂਰ ਆਓ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6812600050। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇਸ ਵਕਤ ਤੁਸੀਂ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਜੁੜੇ ਹੋ। ਸੋ ਹੱਥੀਂ ਕਿਰਤ ਕਰਨ ਵਾਲੇ ਸਾਰੇ ਹੀ ਸਾਡੇ ਭਰਾਵਾਂ ਨੂੰ, ਜਿਹੜੇ ਕਿ ਬਾਬਾ ਵਿਸ਼ਵਕਰਮਾ ਦਿਵਸ ਦੇ ਉੱਤੇ ਉਹਨਾਂ ਨੂੰ ਮੁਬਾਰਕਬਾਦ ਦਿੰਦੇ। ਅਤੇ ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ ਇੰਗਲੈਂਡ ਦੇ ਪ੍ਰਧਾਨ ਮੰਤਰੀ ਬਣੇ ਰਿਸ਼ੀ ਸੁਨਕ ਜੀ ਸੋਸ਼ਲ ਮੀਡੀਆ ਦੇ ਉੱਤੇ ਬੜੀ ਧੂਮ ਮਚਾ ਰੱਖੀ ਹੈ। ਸਾਡਾ ਪੰਜਾਬੀ ਉਧਰ ਹਮਾਰਾ ਭਾਰਤੀ ਭਾਈ ਹਿੰਦੂ ਭਾਈ ਇੰਗਲੈਂਡ ਦਾ ਪ੍ਰਾਈਮ ਮਿਨਿਸਟਰ ਬਣ ਗਿਆ, ਜਿਨ੍ਹਾਂ ਨੇ 200 ਸਾਲ ਸਾਡੇ 'ਤੇ ਰਾਜ ਕੀਤਾ, ਹੁਣ ਅਸੀਂ ਉਹਨਾਂ 'ਤੇ ਰਾਜ ਕਰਾਂਗੇ। ਉਸ ਦੇ ਇਲਮ ਦੇ ਵਿੱਚ ਹੀ ਜਾਂ ਉਹਦੇ ਧਿਆਨ 'ਚ ਰੱਖਦਿਆਂ ਹੋਰ ਵੀ ਕਈ ਬੰਦਿਆਂ ਨੇ ਨਾਲ ਐਡਸ ਆਪਣੀਆਂ ਪਾਤੀਆਂ। ਕਹਿੰਦੇ ਫਿਰ ਤਾਂ ਅਡਵਾਨੀ ਸਾਹਿਬ ਅਤੇ ਮਨਮੋਹਨ ਸਿੰਘ ਜਦੋਂ ਪ੍ਰਧਾਨ ਮੰਤਰੀ ਤੇ ਇਹ ਬਣੇ ਸੀ, ਉਦੋਂ ਅਡਵਾਨੀ ਜੀ ਵੀ ਮੰਤਰੀ ਬਣੇ। ਕਹਿੰਦੇ ਫਿਰ ਤਾਂ ਪਾਕਿਸਤਾਨ ਵਾਲਿਆਂ ਨੂੰ ਵੀ ਬੜੀ ਸ਼ੌਂਕ ਨਾਲ ਕਹਿਣਾ ਚਾਹੀਦਾ ਸੀ ਵੀ ਸਾਡਾ ਬੰਦਾ ਉੱਧਰ ਜਾ ਕੇ ਪ੍ਰਧਾਨ ਮੰਤਰੀ ਬਣ ਗਿਆ। ਇਹ ਤੋਂ ਪਹਿਲਾਂ ਕਿ ਆਪਾਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਬਾਰੇ ਗੱਲ ਕਰੀਏ ਜੀ, ਦਾਨੇਵਾਲ ਸਾਹਿਬ, ਆਪਣੇ ਲਈ ਇੱਕ ਖੁਸ਼ੀ ਦੀ ਗੱਲ ਹੈ ਜੀ। ਹਰਿਆਣੇ ਦੇ ਵਿੱਚ ਇੱਕ ਕਸਬਾ ਐਲਨਾਬਾਦ ਹਾਂਜੀ ਹੈਗਾ। ਐਲਨਾਬਾਦ ਤੋਂ ਇੱਕ ਬੀਬੀ ਹੈ ਜਿਹਦਾ ਨਾਂ ਹੈ ਗੁਰਦੇਵ ਕੌਰ ਜੀ। ਉਹ ਬਹੁਤ ਪੁਰਾਣੀ ਲਿਸਨਰ ਆ, ਆਪਣਾ ਜਦੋਂ ਦਾ ਸ਼ੁਰੂ ਹੋਇਆ ਸਿਲਸਿਲਾ ਉਦੋਂ ਦੀ ਉਹ ਆਪਣੇ ਪ੍ਰੋਗਰਾਮਾਂ ਨੂੰ ਸੁਣਦੀ ਹੈ। ਗਾਹੇ ਬਗਾਹੇ ਉਹ ਟੈਲੀਫੋਨ ਕਰਕੇ ਆਪਣੇ ਜੇ ਕੋਈ ਕਮੀ ਪੇਸ਼ੀ ਹੋਵੇ ਉਹਦੇ 'ਤੇ ਵੀ ਜ਼ਿਕਰ ਕਰਦੀ ਹੈ। ਸੋਸ਼ਲ ਵਰਕਰ ਹੈ ਜੀ।
ਤੁਰੀ ਫਿਰਦੀ ਹੈ। ਕੋਈ 3 ਸਾਲ ਪਹਿਲਾਂ ਮੈਂ ਉਹਨੂੰ ਪੁੱਛਿਆ ਵੀ ਤੁਹਾਡੇ ਬੱਚੇ ਕੀ ਕੰਮ ਕਰਦੇ? ਮੈਂ ਅੰਮ੍ਰਿਤਸਰ ਨੂੰ ਜਾਂਦਾ ਸੀ। ਉਹ ਕਹਿੰਦੀ ਜੀ ਮੇਰੀ ਇੱਕ ਬੱਚੀ ਹੈ ਤੇ ਮੇਰੀ ਇੱਛਾ ਵੀ ਮੈਂ ਉਹਨੂੰ ਜੱਜ ਬਣਾਵਾਂ ਜੀ। ਮੈਂ ਕਿਹਾ ਬੀਬੀ ਆਪਣੀ ਇੱਛਾ ਨਾਲ ਤਾਂ ਜੱਜ ਬਣਦੇ ਨਹੀਂ ਹੁੰਦੇ। ਕਹਿੰਦੀ ਉਹ ਲਾ ਕਰ ਰਹੀ ਹੈ, ਸ਼ਾਇਦ ਜੱਜ ਬਣ ਜਾਏ। ਮੈਂ ਢਿੱਲਾ ਹੋ ਗਿਆ ਸੀ ਵਿੱਚ ਦੀ, ਬਾਹਰ ਚਲਾ ਗਿਆ ਸੀ, ਇੱਕ ਵੀਕਐਂਡ ਆ ਗਿਆ, ਆਪਾਂ ਗੱਲ ਨਹੀਂ ਕਰ ਸਕੇ। ਅਚਨਚੇਤ ਉਹਦਾ ਮੈਨੂੰ ਫੋਨ ਆਉਂਦਾ ਹੈ, ਭਾਜੀ ਸਤਿ ਸ੍ਰੀ ਅਕਾਲ। ਮੈਂ ਕਿਹਾ ਸਤਿ ਸ੍ਰੀ ਅਕਾਲ, ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ। ਮੈਂ ਕਿਹਾ ਜੀ ਕਾਹਦੀਆਂ ਵਧਾਈਆਂ? ਕਹਿੰਦੀ ਮੇਰੀ ਗੁੜੀਆ, ਤੁਹਾਡੀ ਵੀ ਗੁੱਡੀ ਹੈ? ਮੈਂ ਕਿਹਾ ਬਿਲਕੁਲ ਸਾਡੀ ਵੀ ਗੁੱਡੀ ਹੈ, ਜਸਪ੍ਰੀਤ ਕੌਰ। ਮੈਂ ਕਿਹਾ ਕਹਿੰਦੀ ਜੀ ਉਹ ਹਰਿਆਣਾ ਦੀ ਜਿਹੜੀ ਹੈਗੀ ਹੈ ਆਪਣੇ ਜੁਡੀਸ਼ੀਅਲ ਸਰਵਿਸ ਦੇ ਵਿੱਚ ਆ ਗਈ ਹੈ ਤੇ ਸਿਵਲ ਜੱਜ ਚੁਣੀ ਗਈ। ਵਧਾਈਆਂ ਜੀ। ਤੇ ਉਹਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹਾਂ, ਕਿਉਂਕਿ ਸਾਰਾ ਰੇਡੀਓ ਪੰਜਾਬ ਟੂਡੇ ਫਖਰ ਕਰਦਾ ਹੈ ਇਹੋ ਜਿਹੀਆਂ ਬੱਚੀਆਂ ਤੇ, ਖਾਸ ਕਰਕੇ ਬੱਚੀਆਂ ਦੇ ਮਾਮਲੇ ਤੇ। ਸੋ ਇਹ ਤਾਂ ਅਸੀਂ ਮੁਬਾਰਕਬਾਦ ਦਿੰਦੇ ਹਾਂ। ਤੇ ਦੂਜੀ ਸਾਡੇ ਲਈ ਵੀ ਖੁਸ਼ੀ ਘੱਟ ਨਹੀਂ ਜੇ ਕੁਝ ਲੋਕ ਕਹਿੰਦੇ ਆ ਜੀ ਹਿੰਦੂ ਬਣ ਗਿਆ, ਕੁਝ ਕਹਿੰਦੇ ਆ ਭਾਰਤੀ ਬਣ ਗਿਆ। ਮੇਰਾ ਖਿਆਲ ਹੈ ਫਿਰ ਪਾਕਿਸਤਾਨੀਆਂ ਨੂੰ ਕਹਿਣਾ ਚਾਹੀਦਾ ਵੀ ਤਾਂ ਸਾਡਾ ਪਾਕਿਸਤਾਨੀ ਬਣ ਗਿਆ। ਬਿਲਕੁਲ ਉਹਨਾਂ ਨੇ ਪਾਇਆ ਜੀ, ਪਾਤਾ ਉਹਨਾਂ ਨੇ। ਫਿਰ ਉਹਨਾਂ ਨੇ ਵੀ ਮਾਣ ਨਾਲ ਕਿਹਾ ਕਿ ਸਾਡਾ ਭਰਾ ਜਿਹੜਾ ਹੈ ਬਿਲਕੁਲ ਉਹ ਸਾਡੇ ਇੱਥੋਂ ਹੀ ਗਿਆ ਤੇ ਉਹ ਅੱਜ ਉੱਥੇ ਬਣ ਗਿਆ। ਉਹਨਾਂ ਨੇ ਬਹੁਤ, ਪਾਕਿਸਤਾਨ ਦੇ ਵਿੱਚ ਵੀ ਟ੍ਰੈਂਡ ਹੋ ਰਹੀ ਹੈ ਇਹ। ਬਿਲਕੁਲ 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 ਬਿਲਕੁਲ। ਕਿਉਂਕਿ ਦੇਖੋ ਇਹ ਚੀਜ਼ ਨਾ ਕਹੋ, ਜੇ ਆਪਾਂ ਸਿੱਖ ਕਹਿੰਦੇ, ਸਿੱਖ ਇਕੱਲੇ ਪੰਜਾਬ 'ਚ ਨਹੀਂ ਨਾ ਵੱਸਦੇ, ਇਕੱਲੇ ਪੰਜਾਬੀ ਸਿੱਖ ਨਹੀਂ ਹੈਗੇ ਆ, ਮਰਾਠੇ ਸਿੱਖ ਵੀ ਹੈਗੇ ਆ, ਬਿਹਾਰੀ ਸਿੱਖ ਵੀ ਹੈਗੇ ਆ। ਤੇ ਚਲੋ ਪੰਜਾਬੀ ਕੀਨੀਆ ਵਾਲੇ ਬੋਲਦੇ ਆ, ਪਰ ਜੇ ਇੰਗਲੈਂਡ ਜਾਂਦੇ ਆ ਕਾਲੀਆਂ ਪੱਗਾਂ ਵਾਲੇ ਜਿਹੜੇ ਆਪਣੇ ਸਿੱਖ ਨੇ ਉਹਨੂੰ ਅਫਰੀਕਨ ਸਿੱਖ ਜਾਂ ਕੀਨੀਆ ਹੀ ਸਿੱਖ ਵੀ ਕਹਿੰਦੇ ਉੱਥੇ। ਕੀਨੀਆ ਦੇ ਵਿੱਚ ਸਿੱਖ ਹੈਗੇ ਆ। ਮੁਖਤਿਆਰ ਸਿੰਘ ਆਪਣੇ ਸੱਜਣ ਹੈਗੇ ਆ, ਲਿਸਨਰ ਹੈ, ਉਹ ਆਪਾਂ ਨੂੰ ਗਾਹੇ ਬਗਾਹੇ ਉਹ ਵੀ ਉਹਨਾਂ ਦਾ ਫੋਨ ਵਗੈਰਾ ਆਉਂਦਾ ਹੈ। ਮੈਂ ਤਾਂ ਇਹ ਤੋਂ ਵੀ ਅੱਗੇ ਚੱਲਦਾ ਕਿ ਖੁਸ਼ੀ ਸਾਡੇ ਵਾਸਤੇ ਵੀ ਹੈ। ਔਰ ਮੈਂ ਤੁਹਾਡੇ ਨਾਲ ਇੱਕ ਭੇਦ ਸਾਂਝਾ ਕਰਨ ਲੱਗਿਆ ਕਿ ਰੇਡੀਓ ਪੰਜਾਬ ਟੂਡੇ ਨੂੰ ਜਿੰਨੀ ਖੁਸ਼ੀ ਹੋਣੀ ਚਾਹੀਦੀ ਨਹੀਂ ਤਾਂ ਕਿਸੇ ਨੂੰ ਵੀ ਨਹੀਂ ਹੋ ਸਕਦੀ। ਕਿਸੇ ਨਾ ਕਿਸੇ ਤਰੀਕੇ ਰਿਸ਼ੀ ਸੂਨਕ ਦਾ ਸਬੰਧ ਰੇਡੀਓ ਪੰਜਾਬ ਟੂਡੇ ਨਾਲ ਵੀ ਜੁੜਦਾ ਜੀ। ਕਿਵੇਂ? ਉਹ ਇਸ ਤਰ੍ਹਾਂ ਜੁੜਦਾ ਹੈ ਕਿ ਇੱਕ ਸੱਜਣ ਹੈ ਜੀਵਨ ਮੰਡ ਜੀ, ਇੰਗਲੈਂਡ ਤੋਂ ਜੀ। ਉਹ ਆਪਣੇ ਬਹੁਤ ਪੁਰਾਣੇ ਲਿਸਨਰ ਹੈ। ਜਦੋਂ ਉਹ ਮੈਡਮ ਬਣੀ ਹੈ ਪ੍ਰਾਈਮ ਮਿਨਿਸਟਰ, ਉਹ ਤੋਂ ਪਹਿਲਾਂ ਮੈਨੂੰ ਉਹਨਾਂ ਦਾ ਫੋਨ ਆਉਂਦਾ ਹੈ, ਮੈਂ ਯਾਰ ਪੰਜਾਬ ਆਉਣਾ ਹੈ। ਮੈਂ ਕਿਹਾ ਜੀ ਆਓ, ਵੈਲਕਮ, ਵਧੀਆ, ਲੁਧਿਆਣੇ ਜ਼ਿਲ੍ਹੇ ਦੇ ਵਿੱਚ ਹੀ ਹੈ ਉਹਨਾਂ ਦਾ ਜੀ, ਵੱਡਾ ਪਰਿਵਾਰ ਆ, ਪੁਰਾਣਾ, ਬੜਾ ਖਾਨਦਾਨੀ। ਮੈਂ ਠੀਕ ਗੱਲਾਂ ਕਰਦੇ ਰਹੇ ਵੀ ਕਿਵੇਂ ਹੈ ਪੜ੍ਹਾਈ ਲਿਖਾਈ, ਕਿਵੇਂ ਚੱਲਦੀ ਹੈ, ਕੰਮ ਧੰਦਾ ਕਰਦੇ ਆ। ਉਹ ਮੇਰੇ ਨਾਲ ਦਾ ਯਾਰ ਕਹਿੰਦਾ, ਫਾਕੇ ਵੱਢ ਜੱਟ ਗੱਲਾਂ ਕਰ ਦਿੰਦਾ, ਮੇਰੇ ਨਾਲ ਦਾ ਰਿਸ਼ੀ ਪ੍ਰਧਾਨ ਮੰਤਰੀ ਬਣਨ ਦੇ ਸੁਪਨੇ ਲਈ ਜਾਂਦਾ। ਮੈਂ ਕਿਹਾ ਜੀ ਤੁਹਾਡੇ ਨਾਲ ਦਾ ਕਿਵੇਂ? ਕਹਿੰਦਾ ਮੇਰੇ ਨਾਲ ਹੀ ਕੰਮ ਕਰਦਾ ਰਿਹਾ। ਅੱਛਾ ਜੀ। ਅਸੀਂ ਇਕੱਠੇ ਕੰਮ ਕਰਦੇ ਰਹੇ, ਇਕੱਠੇ ਅਸੀਂ ਸੌਂਦੇ ਰਹੇ। ਕਹਿੰਦਾ ਵੀ ਅਸੀਂ ਤਾਂ ਆਪਦਾ ਰਾਤ ਨੂੰ ਰੋਟੀ ਪਾਣੀ ਛੱਕ ਕੇ ਤੇ ਸੌਂ ਜਾਂਦੇ, ਤੇ ਜਦੋਂ ਸਵੇਰੇ 4 ਵਜੇ ਉੱਠਦੇ ਨੀਂਦ ਖੁੱਲਦੀ ਜੀ ਤੇ ਰਿਸ਼ੀ ਸੂਨਕ ਉਦੋਂ ਵੀ ਪੜ੍ਹ ਰਿਹਾ ਹੁੰਦਾ ਸੀ। ਤੇ ਕਹਿੰਦਾ ਮੈਂ ਕਈ ਵਾਰੀ ਕਹਿੰਦਾ ਤੂੰ ਪ੍ਰਧਾਨ ਮੰਤਰੀ ਬਣਨਾ? ਕਹਿੰਦਾ ਉਹ ਹੱਸ ਕੇ ਜੇ ਟਾਲ ਦਿੰਦਾ ਜੀ। ਦਾਨੇਲੀਆ ਸਾਹਿਬ ਪਰਸੋਂ ਕੁਦਰਤੀ ਮੈਂ ਪ੍ਰੈਸ ਕਲੱਬ ਬੈਠਾ, ਜੀਵਨ ਮੰਡ ਹੋਣਾ ਦਾ ਫੋਨ ਆ ਗਿਆ। ਮੈਂ ਕਿਹਾ ਮੰਡ ਸਾਹਿਬ ਜੀ ਇਉਂ ਲੱਗਦਾ ਵੀ ਤੁਹਾਡਾ ਮਿੱਤਰ ਪ੍ਰਧਾਨ ਮੰਤਰੀ ਬਣੂਗਾ। ਕਹਿੰਦਾ ਵਕਤ ਤੋਂ ਪਹਿਲਾਂ ਦੀ ਗੱਲ ਆ ਭਰਾਵਾ, ਮੈਂ ਅੱਗੇ ਕਹਿ ਬੈਠਾ ਸੀ, ਮੈਂ ਨਹੀਂ ਕਹਿੰਦਾ। ਮੈਂ ਕਿਹਾ ਜੀ ਠੀਕ ਹੈ, ਤੁਹਾਡੀ ਮਰਜ਼ੀ ਹੈ। ਦਾਨੇਲੀਆ ਸਾਹਿਬ ਮੈਂ ਕੱਲ੍ਹ ਸ਼ਾਮੀ ਦੀਵਾਲੀ ਸੀ ਜੀ, ਪ੍ਰੈਸ ਕਲੱਬ ਦੇ ਵਿੱਚ, ਕਿਉਂਕਿ ਆਪਾਂ ਨੂੰ ਜਿਹੜੀਆਂ ਰਸਮਾਂ ਆਪਦੀਆਂ ਨਿਭਾਉਣੀਆਂ ਪੈਂਦੀਆਂ ਉੱਥੇ ਦੀਵਾ ਬੱਤੀ ਕਰਨ ਤੋਂ ਬਾਅਦ ਜੀ ਮੈਂ ਇਕੱਲਾ ਹੀ ਘਰ ਨੂੰ ਜਾ ਰਿਹਾ ਤਾਂ ਮੈਨੂੰ ਰਸਤੇ ਦੇ ਵਿੱਚ ਕਾਲ ਆਉਂਦੀ ਹੈ। ਮੈਂ ਚੱਕ ਨਹੀਂ ਸਕਿਆ, ਟ੍ਰੈਫਿਕ ਸੀ। ਫਿਰ ਮੈਂ ਜਾ ਕੇ ਘਰੋਂ ਕਾਲ ਕੀਤੀ। ਮੈਂ ਕਿਹਾ ਜੀ ਮੰਡ ਸਾਹਿਬ ਸਤਿ ਸ੍ਰੀ ਅਕਾਲ, ਕੀ ਗੱਲ ਹੈ? ਤੇ ਮੈਨੂੰ ਕਹਿੰਦਾ ਬਾਈ ਫਿਰ ਕੌੜੇ ਪਾਣੀ ਦੇ ਗਰਾਰੇ ਕਰ ਲਓ। ਮੈਂ ਕਿਹਾ ਕੀ ਗੱਲ? ਕਹਿੰਦੇ ਸਾਡਾ ਰਿਸ਼ੀ ਪ੍ਰਧਾਨ ਮੰਤਰੀ ਬਣ ਗਿਆ। ਮੈਂ ਕਿਹਾ ਭਾਈ ਜੀ ਤੁਹਾਨੂੰ ਮੁਬਾਰਕਾਂ। ਕਹਿੰਦੇ ਜੀ ਤੁਹਾਨੂੰ ਵੀ ਮੁਬਾਰਕਾਂ। ਕਹਿੰਦੇ ਅਸੀਂ ਤਾਂ ਮਤਲਬ ਜਿਹੜਾ ਹੈਗਾ ਦੇਖਦੇ ਹਾਂ, ਸਾਡਾ ਪੰਜਾਬੀ ਭਰਾ ਹੈ ਜੀ। ਫਿਰ ਮੈਨੂੰ ਉਹਨਾਂ ਨੇ ਦੱਸਿਆ ਕਿ ਅਸਲ ਦੇ ਵਿੱਚ ਗੁਜਰਾਂਵਾਲਾ ਤੋਂ ਜਦੋਂ ਇਹਨਾਂ ਦਾ ਪਰਿਵਾਰ ਇੱਧਰ ਆਇਆ ਨਾ, ਅੱਛਾ ਜੀ, ਇਹ ਜੇ ਆਪਾਂ ਦੇਖੀਏ ਦਾਨੇਵਾਲੀਆ ਸਾਹਿਬ ਤਾਂ ਓਲਡ ਪੰਜਾਬ ਹੈ, ਓਲਡ ਪੰਜਾਬ ਹੈ, ਜੁਆਇੰਟ ਪੰਜਾਬ ਹੈ। ਜੇ ਗੁਜਰਾਂਵਾਲਾ ਨੂੰ ਵੀ ਦੇਖੀ ਤਾਂ ਉਹ ਵੀ ਪੰਜਾਬ ਸੀ। ਜੇ ਮਹਾਰਾਜਾ ਰਣਜੀਤ ਸਿੰਘ ਨੂੰ ਦੇਖੀ ਉਹ ਵੀ ਤਾਂ ਉਹ ਵੀ ਪੰਜਾਬ ਸੀ। ਬਿਲਕੁਲ ਉਹਨਾਂ ਦੀ ਰਾਜਧਾਨੀ ਲਾਹੌਰ ਸੀ, ਕਿਲ੍ਹਾ ਲਾਹੌਰ ਦਾ ਦੇਖਿਆ ਤੁਸੀਂ, ਦੇਖਿਆ, ਮੈਂ ਦੇਖਿਆ। ਬਿਲਕੁਲ ਬਿਲਕੁਲ। ਇਸੇ ਤਰੀਕੇ ਜਦੋਂ ਫਿਰ ਜਿਹੜਾ 1966 ਤੋਂ ਪਹਿਲਾਂ 1 ਨਵੰਬਰ 1966 ਤੋਂ ਪਹਿਲਾਂ ਇਹ ਜਿਹੜਾ ਹੈਗਾ ਤੁਹਾਡਾ ਇਲਾਕਾ ਹਰਿਆਣੇ ਵਾਲਾ, ਇਹ ਵੀ ਸਾਰਾ ਪੰਜਾਬ ਦੇ ਵਿੱਚ ਸੀ ਜੀ। ਇਹ ਹਰਿਆਣੇ ਨਾਲ ਵੀ ਸੰਬੰਧ ਹੈ ਇਹਨਾਂ ਦਾ। ਵੈਸੇ ਇਹਨਾਂ ਦਾ ਜਿਹੜੇ ਦਾਦਾ ਜੀ ਹੈ, ਇਹਨਾਂ ਦੇ ਦਾਦਾ ਜੀ ਪੂਰਬੀ ਅਫਰੀਕਾ ਚਲੇ ਗਏ ਸੀ, ਬਹੁਤ ਪਹਿਲਾਂ ਚਲੇ ਗਏ ਸੀ ਪੂਰਬੀ। ਇਹਦੇ ਪਿਓ ਦਾ ਜਨਮ ਵੀ ਅਫਰੀਕਾ ਉੱਥੇ ਹੋਇਆ। ਹਾਂ, ਇਹਦੀ ਜਿਹੜੀ ਹੈਗੀ ਆ ਅਫਰੀਕਾ ਦੇ ਵਿੱਚ ਹੋਇਆ। ਇਹਦੀ ਮਾਤਾ ਮੇਰਾ ਖਿਆਲ ਹੈ ਉਹ ਅਫਰੀਕਨ ਹੈ। ਅੱਛਾ। ਕੁਛ ਇਹ ਜਿਹਾ ਹੈ, ਅਫਰੀਕਾ ਦੇ ਵਿੱਚ ਜੰਮੀ ਸੀ ਉਹ। ਔਰ ਇਹ ਦਾ ਜਿਹੜਾ ਹੈਗਾ ਕਿਸੇ ਨਾ ਕਿਸੇ ਤਰੀਕੇ ਆਪਣੇ ਨਾਲ ਮਿਲਦਾ। ਤੇ ਮੈਨੂੰ ਫਿਰ ਉਹਨਾਂ ਨੇ ਕਿਹਾ, ਮੈਂ ਕਿਹਾ ਜੀ ਪੱਕੀ ਗੱਲ ਬਣ ਗਿਆ। ਉਦੋਂ ਤੱਕ ਅਜੇ ਖਬਰ ਫਲੈਸ਼ ਨਹੀਂ ਹੋਈ ਸੀ ਜੀ। ਉਹ ਕਹਿੰਦਾ ਵੀ ਰਿਸ਼ੀ ਸੂਨਕ ਹੋਰਾਂ ਨੇ ਮੈਨੂੰ ਫੋਨ ਪਹਿਲਾਂ ਮੈਨੂੰ ਹੀ ਕੀਤਾ ਜੀ ਕਿ ਜੀ
ਮਤਲਬ ਮੈਨੂੰ ਚੁਣ ਲਿਆ ਮੇਰੇ ਸਹਿਯੋਗੀਆਂ ਨੇ। ਚਲੋ ਮੈਂ ਕਿਹਾ ਯਾਰ ਭੁਲੇਖਾ ਜਿਹਾ ਅਸੀਂ ਵੀ ਸਿਰ 'ਚ ਲੈਨੇ। ਮੈਂ ਕਿਹਾ ਮੈਂ ਦਾਨੇ ਵਾਲੀਏ ਨਾਲ ਹੁਣ ਤਾਂ ਨਹੀਂ ਗੱਲ ਕਰਦਾ, ਕੱਲ੍ਹ ਨੂੰ ਮੈਂ ਕਿਹਾ ਮੈਂ ਦਾਨੇ ਵਾਲੀਏ ਨਾਲ ਗੱਲ ਕਰੂੰਗਾ ਵੀ ਭਾਈ ਹੁਣ ਜੇ ਕੋਈ ਕੰਮ ਧੰਦਾ ਹੋਵੇ ਤਾਂ ਭਾਈ ਸਾਡਾ ਵੀ ਹੈਗਾ ਕੁਛ, ਸਾਡੀ ਚਿੱਠੀ ਚੱਲਦੀ ਹੈ ਇੰਗਲੈਂਡ ਤੱਕ ਅਸੀਂ ਤਾਂ ਜੀਵਨ ਮੰਡੋਰਾ ਕੋਲ ਭੇਜ ਦਿਆ ਕਰਾਂਗੇ ਵੀ ਲਓ ਭਾਜੀ ਚਿੱਠੀ ਹੈ। ਪਰ ਉਹ ਨਹੀਂ, ਪਰ ਜਿਹੜੀ ਤੁਸੀਂ ਗੱਲ ਕਰਦੇ ਸੀ ਕਿ ਕੋਈ ਉਹਨੂੰ ਹਿੰਦੂ ਕਹਿੰਦਾ, ਕੋਈ ਉਹਨੂੰ ਪੰਜਾਬੀ ਕਹਿੰਦਾ, ਕੋਈ ਉਹਨੂੰ ਪਾਕਿਸਤਾਨੀ ਕਹਿੰਦਾ ਜੀ, ਉਹਨਾਂ ਨੂੰ ਜੇ ਉੱਥੇ ਦੇ ਪ੍ਰਧਾਨ ਮੰਤਰੀ ਪਦ ਲਈ ਚੁਣਿਆ ਤੇ ਕਿਹਨਾਂ ਨੇ ਚੁਣਿਆ ਜੀ? ਉਹ UK ਦੇ ਲੋਕਾਂ ਨੇ ਚੁਣਿਆ। ਬਿਲਕੁਲ ਲੋਕਾਂ ਦੇ ਚੁਣੇ ਹੋਏ ਜਿਹੜੇ ਉਹਨਾਂ ਦੇ ਪਾਰਲੀਮੈਂਟ ਦੇ ਮੈਂਬਰ ਸੀ ਉਹਨਾਂ ਨੇ ਚੁਣਿਆ, ਕੰਜ਼ਰਵੇਟਿਵ ਪਾਰਟੀ ਦੇ ਲੀਡਰਾਂ ਨੇ ਚੁਣੇ ਜੀ। ਇਸੇ ਤਰੀਕੇ ਜੇ ਹੁਣ ਆਪਾਂ ਦੇਖੀਏ ਤਾਂ ਜਿਹੜੀ ਅਮਰੀਕਾ ਦੀ ਵਾਈਸ ਪ੍ਰੈਜ਼ੀਡੈਂਟ ਹੈ ਕਮਲਾ ਹੈਰਿਸ, ਹਾਂਜੀ, ਉਹ ਵੀ ਤਾਂ ਭਾਰਤੀ ਹੈ। ਤੇ ਕਮਲਾ ਹੈਰਿਸ ਦੇ ਪਾਵਰ 'ਚ ਆਉਣ ਨਾਲ ਜੀ ਕਿੰਨਾ ਅਮਰੀਕਾ ਨੂੰ ਹਿੰਦੂਤਵ ਦਾ ਰੰਗ ਚੜ੍ਹ ਗਿਆ। ਜਾਂ ਰਿਸ਼ੀ ਸੂਨਕ ਦੇ ਬਣਨ ਦੇ ਨਾਲ, ਪ੍ਰਾਈਮ ਮਿਨਿਸਟਰ ਬਣਨ ਦੇ ਨਾਲ ਉਹਦੀ ਆਸਥਾ ਕਿਸੇ ਵੀ ਧਰਮ 'ਚ ਹੋ ਸਕਦੀ ਹੈ। ਸਟੇਟ ਅਲੱਗ ਚੀਜ਼ ਹੈ ਤੇ ਆਸਥਾ ਅਲੱਗ ਚੀਜ਼ ਹੈ ਜੀ। ਇੰਗਲੈਂਡ ਦੇ ਵਿੱਚ ਤਾਂ ਖਾਸ ਕਰਕੇ ਚਲੋ ਕੋਈ ਕਿਸੇ ਤਰੀਕੇ ਹੁਣ ਕਹਿੰਦੇ ਜੀ ਜਦੋਂ ਇਹਨਾਂ ਨੇ ਬਤੌਰ ਪਾਰਲੀਮੈਂਟ ਦੇ ਮੈਂਬਰ ਸਹੁੰ ਚੁੱਕੀ ਸੀ ਜੀ, ਇਹਨਾਂ ਦੇ ਅੱਗੇ ਹੱਥ 'ਚ ਗੀਤਾ ਫੜੀ ਸੀ। ਕੋਈ ਗੀਤਾ ਫੜ ਲੈਂਦਾ, ਕੋਈ ਕੁਰਾਨ ਫੜ ਲੈਂਦਾ, ਕੋਈ ਇੱਕ ਧਰਮ ਅਕੀਦਾ ਹੈ। ਕੋਈ ਕਹੇ ਰਾਮ ਰਾਮ, ਕੋਈ ਕਹੇ ਅੱਲਾ, ਮਤਲਬ ਸਰ ਖੁਦਾ, ਇਹ ਸਾਰਾ ਕੁਛ ਤਾਂ ਸਾਡੀ ਬਾਣੀ ਦੇ ਵਿੱਚ ਵੀ ਲਿਖਿਆ ਹੋਇਆ, ਸਾਰਾ ਕੁਛ ਹੈ ਕਰਾ ਕੇ। ਲੇਕਿਨ ਜਿਹੜੀਆਂ ਨੀਤੀਆਂ ਉਸ ਕੰਟਰੀ ਦੇ ਮੁਤਾਬਕ ਬਣਦੀਆਂ, ਪਾਰਟੀ ਦੇ ਮੁਤਾਬਕ ਬਣਦੀਆਂ, ਪਾਰਟੀ ਦੀਆਂ ਲੋੜਾਂ ਕੀ ਹੈ ਜੀ ਜੀ। ਪਰ ਇੱਕ ਗੱਲ ਆਪਾਂ ਨੂੰ ਇਹ ਮੰਨਣੀ ਪੈਣੀ ਹੈ, ਇਹ ਫੇਰ ਸਾਡੇ ਵਾਸਤੇ ਇੱਕ ਵੱਡਾ ਸਵਾਲ ਖੜਾ ਹੋ ਗਿਆ। ਤੁਸੀਂ ਗੱਲ ਕਰਦੇ ਸੀ ਕਿ ਇੱਥੇ ਵੀ ਸਿੱਖ ਹੈ, ਇੱਥੇ ਵੀ ਸਿੱਖ ਹੈ, ਇੱਥੇ ਵੀ ਪੰਜਾਬੀ, ਇੱਥੇ ਵੀ ਪੰਜਾਬੀ। ਮੇਰਾ ਤਾਂ ਇਹ ਮੰਨਣਾ ਜੀ ਉਹ ਬੰਦੇ ਮੂਰਖਾਂ ਦੇ ਸਵਰਗ 'ਚ ਰਹਿੰਦੇ ਆ ਜਿਹੜੇ ਕਹਿੰਦੇ ਵੀ ਪੰਜਾਬ ਸਿੱਖਾਂ ਦਾ ਦੇਸ਼ ਹੈ। ਸਿੱਖ ਤਾਂ ਇਸ ਵੇਲੇ ਗਲੋਬਲ ਹੋ ਗਏ, ਬਿਲਕੁਲ। ਉਹ ਤਾਂ ਗਲੋਬਲ ਕੰਟਰੀ ਹੈ ਉਹਨਾਂ ਦਾ ਤਾਂ। ਉਹ ਕਿਹੜਾ ਦੇਸ਼ ਹੈ ਜਿੱਥੇ ਸਿੱਖ ਹੈ ਨਹੀਂ? ਕੀ ਕੈਨੇਡਾ 'ਚ ਪਾਰਲੀਮੈਂਟ ਦੇ ਮੈਂਬਰ ਹੈ ਨਹੀਂ? ਕੀ ਕੈਨੇਡਾ ਦੇ ਵਿੱਚ ਜਿਹੜੇ ਹੈਗੇ ਪੰਜਾਬੀ ਵਜ਼ੀਰ ਹੈ ਨਹੀਂਗੇ? ਕਿਹੜਾ ਦੇਸ਼ ਹੈ ਜਿੱਥੇ ਉਹ ਹੈ ਨਹੀਂ ਗੇ? ਜੇ ਉਹ ਅਮਰੀਕਾ ਦੇ ਵਿੱਚ ਕਮਲਾ ਹੈਰਿਸ ਬਣ ਸਕਦੀ ਹੈ, ਇੰਗਲੈਂਡ ਜਿਹਨੇ ਭਾਰਤ ਨੂੰ 200 ਸਾਲ ਤੇ ਪੰਜਾਬ ਨੂੰ 100 ਸਾਲ ਗੁਲਾਮ ਰੱਖਿਆ ਸੀ, ਜਿਨ੍ਹਾਂ ਅੰਗਰੇਜ਼ਾਂ ਨੇ, ਗੋਰਿਆਂ ਨੇ, ਜਿਨ੍ਹਾਂ ਗੋਰਿਆਂ ਨੂੰ ਅਸੀਂ ਨਫ਼ਰਤ ਕਰਦੇ ਹੁੰਦੇ ਸੀ, ਅੱਜ ਉਹਨਾਂ ਗੋਰਿਆਂ ਦੇ ਪ੍ਰਤੀਨਿਧਾਂ ਨੇ ਹੀ ਸਾਡੇ ਰਿਸ਼ੀ ਨੂੰ ਆਪਣਾ ਪ੍ਰਧਾਨ ਮੰਤਰੀ ਚੁਣਿਆ। ਔਰ ਪ੍ਰਧਾਨ ਮੰਤਰੀ ਬਣਾਇਆ ਕਿਉਂ ਹੈ? ਇਹ ਗੱਲ ਦੇਖਣਾ ਵੀ ਹੈ ਕਿਉਂਕਿ ਰਿਸ਼ੀ ਜਿਹੜੇ ਹੈਗੇ ਆ, ਰਿਸ਼ੀ ਸੂਨਕ ਜੀ, ਇਹ ਬਹੁਤ ਵੱਡੇ ਆਰਥਿਕ ਵਿਦਵਾਨ ਹੈ ਜੀ। ਤੇ ਇਸ ਵੇਲੇ ਕ੍ਰਾਈਸਿਸ ਜਿਹੜਾ ਹੈਗਾ ਸਭ ਤੋਂ ਵੱਡਾ ਇੰਗਲੈਂਡ ਦੇ ਵਿੱਚ ਉਹ ਆਰਥਿਕਤਾ ਦਾ ਜੀ। ਜੇ ਬੀਬੀ ਸਾਬਕਾ ਪ੍ਰਾਈਮ ਮਿਨਿਸਟਰ ਹੋ ਗਈ ਹੈ ਜਿਹੜੀ, ਉਹ ਛੱਡ ਕੇ ਗਈ ਹੈ 2-3 ਹਫ਼ਤਿਆਂ ਬਾਅਦ ਹੀ ਛੱਡਤਾ ਉਹਨੇ ਕਿਹਾ ਮੈਂ ਤਾਂ ਸਮਝਦਾ ਨਹੀਂ। ਇਹ ਸਿਆਣੀ ਗੱਲ ਹੈ, ਇਹ ਵੀ ਸਿਆਣੀ ਗੱਲ ਹੈ, ਨਹੀਂ ਸਮਝਦਾ ਭਾਈ ਰਹਿਣ ਦੇ। ਹਾਂ, ਇਹ ਸਾਡੇ ਵਾਸਤੇ ਵੀ ਸਬਕ ਹੈ, ਭਾਰਤੀਆਂ ਲਈ ਵੀ ਸਬਕ ਹੈ ਕਿ ਜਿਨ੍ਹਾਂ ਨੂੰ ਮੁਲਕ ਸੰਭਾਲਣਾ ਨਹੀਂ ਨਾ ਆਉਂਦਾ ਉਹਨਾਂ ਨੂੰ ਪਾਸੇ ਸੂਬਾ ਨਹੀਂ, ਚਲੋ ਕੁਛ ਵੀ ਜਿਹਨੂੰ ਪੰਚਾਇਤ ਵੀ ਨਹੀਂ ਸੰਭਾਲਣੀ ਆਉਂਦੀ, ਆਪਾਂ ਤਾਂ ਇਹ ਗੱਲ ਕਰਾਂਗਾ ਵੀ ਉਵੇਂ ਪੰਗੇ ਨਾ ਲਵੇ। ਹੁਣ ਤੁਸੀਂ ਇਹ ਦੇਖੋ ਕਿ ਆਹ ਹਾਲਤ ਜਿਹੜੀ ਅੱਜ ਇੰਗਲੈਂਡ ਦੀ ਹੈ ਜੀ, 90ਵਿਆਂ ਦੇ ਵਿੱਚ ਇਹ ਹਾਲਤ ਭਾਰਤ ਦੀ ਸੀ। ਜਦੋਂ ਭਾਰਤ ਦਾ ਸਾਰਾ ਸੋਨਾ ਜਿਹੜਾ ਹੈਗਾ ਅਸੀਂ ਇੰਗਲੈਂਡ ਦੀ ਬੈਂਕ ਦੇ ਕੋਲੇ ਗਹਿਣੇ ਧਰ ਦਿੱਤਾ ਸੀ ਜੀ ਜੀ। ਉਸ ਵੇਲੇ ਜੇ ਉਸ ਜ਼ਿਲ੍ਹਣ ਦੇ ਵਿੱਚੋਂ, ਉਸ ਔਕੜ ਦੇ ਵਿੱਚੋਂ ਕਿਸੇ ਬੰਦੇ ਨੇ ਭਾਰਤ ਨੂੰ ਕੱਢਿਆ ਸੀ ਜੀ, ਉਹਦਾ ਨਾਂ ਸੀ ਡਾਕਟਰ ਮਨਮੋਹਨ ਸਿੰਘ। ਤੇ ਜਦੋਂ ਡਾਕਟਰ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਇਆ, ਡਾਕਟਰ ਮਨਮੋਹਨ ਸਿੰਘ ਸਿੱਖ ਪਰਿਵਾਰ 'ਚ ਜਨਮਿਆ ਜ਼ਰੂਰ ਜੀ ਜੀ, ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਗੁਰਬਾਣੀ ਦੇ ਵਿੱਚ ਉਹਦਾ ਅਟੁੱਟ ਵਿਸ਼ਵਾਸ, ਲੇਕਿਨ ਉਹਨੇ ਕਦੇ ਇਹ ਤਾਂ ਨਹੀਂ ਕਿਹਾ ਸੀਗਾ ਵੀ ਮੈਂ ਤਾਂ ਸਿੱਖਾਂ ਦਾ। ਠੀਕ ਹੈ, ਪੰਜਾਬੀ ਹੋਣ ਦੇ ਨਾਤੇ ਥੋੜਾ ਬਹੁਤਾ ਹੱਥ ਸਾਨੂੰ ਝਾੜ ਦਿੰਦਾ ਸੀ, ਪਰ ਆਪਾਂ ਜੇ ਇਹ ਦੇਖੀਏ ਵੀ ਉਹਨੇ ਹਰਿਆਣੇ ਨਾਲ ਵਿਤਕਰਾ ਕਿਹੜਾ ਕਰ ਲਿਆ? ਕਿਸੇ ਨਾਲ ਨਹੀਂ ਕੀਤਾ, ਕਿਸੇ ਨੇ ਉਹ ਕਰ ਸਕਦਾ ਹੀ ਨਹੀਂ, ਕਿਉਂਕਿ ਉਹ ਨੀਤੀਆਂ ਸਾਰੇ ਦੇਸ਼ ਦੀਆਂ, ਉਹ ਪ੍ਰਧਾਨ ਮੰਤਰੀ ਸਾਰੇ ਦੇਸ਼ ਦਾ। ਗਿਆਨੀ ਜੈਲ ਸਿੰਘ ਰਾਸ਼ਟਰਪਤੀ ਸਾਰੇ ਦੇਸ਼ ਦਾ ਸੀ। ਔਰ ਤੁਹਾਨੂੰ ਮੈਂ ਇੱਕ ਬੜੀ ਇੰਟਰਸਟਿੰਗ ਗੱਲ ਦੱਸਦਾ ਹਾਂ, ਸਾਡੇ ਨਵੇਂ ਸਰੋਤਿਆਂ ਨੂੰ ਨਹੀਂ ਪਤਾ ਹੁੰਦਾ, ਪੁਰਾਣੇ ਬਜ਼ੁਰਗਾਂ ਨੂੰ ਤਾਂ ਪਤਾ ਹੋਊ ਜਿਹੜੇ ਮੇਰੀ ਏਜ ਦੇ ਹੋਣਗੇ ਜੀ, ਕਿ ਜਦੋਂ ਗਿਆਨੀ ਜੈਲ ਸਿੰਘ ਨੂੰ ਰਾਸ਼ਟਰਪਤੀ ਦਾ ਕੈਂਡੀਡੇਟ ਬਣਾਇਆ ਇੰਦਰਾ ਗਾਂਧੀ ਨੇ, ਤੇ ਗਿਆਨੀ ਜੈਲ ਸਿੰਘ ਹੋਰੀ ਪੰਜਾਬ 'ਚ ਆਏ ਸੀ ਜੀ। ਪੰਜਾਬ ਦੇ ਵਿੱਚ ਉਹਨਾਂ ਨੇ ਆ ਕੇ ਬੇਨਤੀ ਕੀਤੀ ਕਿ ਜੀ ਮੈਨੂੰ ਵੋਟਾਂ ਪਾਓ। ਤੇ ਵੋਟਾਂ ਆਪਾਂ ਨੂੰ ਪਤਾ ਵੀ ਰਾਸ਼ਟਰਪਤੀ ਦੀਆਂ ਜਿਹੜੀਆਂ ਵੋਟਾਂ ਹੈ ਉਹ ਪਾਰਲੀਮੈਂਟ ਦੇ ਮੈਂਬਰ, ਲੋਕ ਸਭਾ ਦੇ ਮੈਂਬਰ, ਰਾਜ ਸਭਾ ਦੇ ਮੈਂਬਰ, ਵਿਧਾਨ ਸਭਾਵਾਂ ਦੇ ਮੈਂਬਰ, ਵਿਧਾਨ ਪਰਿਸ਼ਦਾਂ ਦੇ ਮੈਂਬਰ ਇਹ ਪਾਉਂਦੇ ਆ। ਪੰਜਾਬ 'ਚ ਵਿਧਾਨ ਪਰਿਸ਼ਦ ਤਾਂ ਹੈ ਨਹੀਂ ਗੀ, ਲੇਕਿਨ ਇੱਥੇ ਰਾਜ ਸਭਾ ਤੇ ਲੋਕ ਸਭਾ ਦੇ MP ਵੀ ਬਣਦੇ ਜੀ, ਔਰ ਵਿਧਾਨ ਸਭਾਵਾਂ ਦੇ ਮੈਂਬਰ ਵੀ ਬਣਦੇ ਆ। ਤੇ ਦਾਨੇਵਾਲੀਆ ਸਾਹਿਬ ਉਸ ਵੇਲੇ ਅਕਾਲੀਆਂ ਨੇ ਤੇ ਕਾਂਗਰਸੀਆਂ ਨੇ ਜੀ ਫੈਸਲਾ ਕੀਤਾ ਸੀ, ਦੋਨਾਂ ਧਿਰਾਂ ਨੇ ਗਿਆਨੀ ਜੈਲ ਸਿੰਘ ਨੂੰ ਵੋਟਾਂ ਪਾਈਆਂ ਸੀ।
ਪਰ ਫਿਰ ਤੁਸੀਂ ਦੇਖੋ ਕਿ ਆਪਰੇਸ਼ਨ ਬਲੂ ਸਟਾਰ ਹੋਇਆ। ਉਸ ਆਪਰੇਸ਼ਨ ਬਲੂ ਸਟਾਰ ਨੂੰ ਗਿਆਨੀ ਜੀ ਚਾਹੁਣ ਦੇ ਬਾਵਜੂਦ ਕੀ ਰੋਕ ਸਕੇ ਸੀ? ਨਾ, ਸਿੱਖ ਕਤਲੇਆਮ ਹੋਇਆ, ਨਹੀਂ ਰੋਕ ਸਕੇ। ਗਿਆਨੀ ਜੀ ਰੋਕ ਸਕੇ ਸੀ? ਸਗੋਂ ਗਿਆਨੀ ਜੀ ਆਪ ਬੇਬਸ ਹੋ ਗਏ ਸੀ ਜਦੋਂ ਉਹਨਾਂ ਨੇ ਆਪਦੇ ਕਿਸੇ ਰਿਸ਼ਤੇਦਾਰ ਦੀ ਬੋਡੀ ਲੈਣੀ ਲੈਣੀ ਸੀ ਤੇ ਸਾਹਿਬ ਸਿੰਘ ਵਰਮਾ ਨੂੰ ਬੇਨਤੀ ਕੀਤੀ ਸੀ। ਮੋਰਓਵਰ ਗਿਆਨੀ ਜੈਲ ਸਿੰਘ ਵੀ ਬਾਹਰ ਸੀ ਦਿੱਲੀ ਤੋਂ, ਜਿਸ ਵੇਲੇ ਇੰਦਰਾ ਗਾਂਧੀ ਦੀ ਅਸੈਸੀਨੇਸ਼ਨ ਦੀ ਖਬਰ ਆਉਂਦੀ ਹੈ ਜੀ, ਤੇ ਗਿਆਨੀ ਜੈਲ ਸਿੰਘ ਹੋਰੀ ਜਾਂਦੇ ਆ ਹਸਪੀਟਲ ਦੇ ਵਿੱਚ। ਪ੍ਰਾਈਮ ਮਿਨਿਸਟਰ ਕ੍ਰਿਟੀਕਲ ਸਥਿਤੀ 'ਚ ਹੋਵੇ ਤੇ ਪ੍ਰੈਜ਼ੀਡੈਂਟ ਜਾਊਗਾ ਨਾ। ਜੀ ਜੀ, ਉਸ ਵੇਲੇ ਵੀ ਗਿਆਨੀ ਜੈਲ ਸਿੰਘ ਦੀਆਂ ਗੱਡੀਆਂ ਦੇ ਉੱਤੇ ਪਥਰਾ ਹੋਇਆ ਸੀ, ਕਿਉਂਕਿ ਉਹ ਇੱਕ ਸਰਦਾਰ ਸੀ। ਜਿਹੜੇ ਫੈਸਲੇ ਲੈਣੇ ਪੈਂਦੇ ਆ, ਉਹ ਫੈਸਲੇ ਜਿਹੜੇ ਹੈਗੇ ਆ ਮੁਲਕ ਦੇ ਪ੍ਰਤੀਨਿਧ ਵਜੋਂ ਲੈਣੇ ਪੈਂਦੇ ਆ ਜੀ। ਨਹੀਂ ਲਏ ਜਾ ਸਕਦੇ ਫੈਸਲੇ ਇਸ ਤਰ੍ਹਾਂ ਕਿ ਆਪਾਂ ਕਹਿ ਦਈਏ ਜੀ ਉਹ ਹਿੰਦੂ ਹੈ ਜੀ, ਉਹ ਭਾਰਤੀ ਹੈ ਜੀ, ਉਹ ਪੰਜਾਬੀ ਹੈ ਜੀ, ਉਹ ਪਾਕਿਸਤਾਨੀ ਹੈ। ਜੇ ਮੈਂ ਕਮਲਾ ਹੈਰਿਸ ਦੀ ਤੁਹਾਨੂੰ ਮਿਸਾਲ ਦੇ ਕੇ ਹਟਿਆ, ਫਿਰ ਤਾਂ ਕਮਲਾ ਹੈਰਿਸ ਦੇ ਬਣਨ ਨਾਲ ਤਾਂ ਸਾਡਾ ਸਾਰਾ ਕੁਛ ਹੀ ਮਤਲਬ ਜਿਹੜਾ ਹੈਗਾ ਦੁੱਖ ਦਰਦ ਦੂਰ ਹੋ ਜਾਂਦੇ। ਬਿਲਕੁਲ ਬਿਲਕੁਲ। ਹੁਣ ਤਾਂ ਕੀ ਸਾਡੇ ਜਿਹੜੇ ਹੈਗੇ, ਤੁਸੀਂ ਹੁਣੇ ਦੇਖੋ ਕਿ ਕੀ ਸਾਡੇ ਜਿਹੜੇ ਆਪਣੇ ਜਿਹੜੇ ਪਹਿਲੇ ਰਾਸ਼ਟਰਪਤੀ ਸੀਗੇ ਇੱਥੋਂ ਦੇ, ਉਹਨਾਂ ਨੇ ਜਿਹੜੀਆਂ ਪਾਬੰਦੀਆਂ ਲਾਈਆਂ ਸੀ ਵੀਜ਼ੇ ਵਾਲੀਆਂ, ਹਾਂਜੀ, ਜਿਹੜੇ ਬੱਚੇ ਉੱਥੇ ਕੰਮ ਕਰਦੇ ਸੀ, ਲੋਕ ਕੰਮ ਕਰਦੇ ਸੀ, ਉਹਨਾਂ ਦੇ ਪਰਿਵਾਰਾਂ ਦੇ ਪਾਬੰਦੀਆਂ ਲਾਈਆਂ ਸੀ, ਕਿੰਨੀਆਂ ਸੀਟਾਂ ਮਿਲ ਗਈਆਂ? ਬਿਲਕੁਲ ਕੋਈ ਨਹੀਂ ਮਿਲੀ, ਕੋਈ ਨਹੀਂ ਮਿਲੀ। ਫਿਰ ਇਸ ਕਰਕੇ ਇਹ ਜਿਹੜੀ ਹੈ ਇੱਕ ਮਤਲਬ ਜਿਵੇਂ ਮੈਨੂੰ ਵੀ ਚਾਅ ਚੜਿਆ ਸੀ ਰਾਤ, ਮੈਂ ਤੁਹਾਡੇ ਨਾਲ ਸਾਂਝਾ ਕੀਤਾ ਹੈ। ਚਾਅ ਚੜ ਜਾਂਦਾ ਹੁੰਦਾ। ਪ੍ਰਧਾਨ ਮੰਤਰੀ ਸਾਹਿਬ ਨੇ ਵੀ ਸਾਡੇ ਨੇ ਕਿਹਾ ਕਿ ਜੀ ਮੈਂ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਨੂੰ ਖੁਸ਼ੀ ਮਹਿਸੂਸ ਕਰੂੰਗਾ। ਭਗਵੰਤ ਮਾਨ ਵੀ ਕਹਿੰਦੇ ਆ ਕਿ ਪੰਜਾਬ ਦਾ ਫਾਇਦਾ ਹੋਊਗਾ। ਪੰਜਾਬ ਦਾ ਫਾਇਦਾ ਕੀ ਹੋਊਗਾ ਹੁਣ ਕਿ ਪੰਜਾਬ ਦਾ ਕਿੰਨਾ ਪਹਿਲੀ ਗੱਲ ਤਾਂ ਵੀ ਜਦੋਂ ਜਿਹੜੇ ਰਿਸ਼ਤੇ ਬਣਦੇ ਹੈ, ਰਿਸ਼ਤੇ ਦੇਸ਼ਾਂ ਦੇ ਦੇਸ਼ਾਂ ਨਾਲ ਬਣਦੇ, ਦੇਸ਼ਾਂ ਨਾਲ ਬਣਦੇ, ਸੂਬਿਆਂ ਨਾਲ ਨਹੀਂ ਬਣਦੇ। ਸੂਬਿਆਂ ਨਾਲ ਬਣ ਸਕਦੇ ਆ, ਪਰ ਕਦੇ ਦੇਸ਼ਾਂ ਦੇ ਕਿਸੇ ਸੂਬੇ ਨਾਲ ਨਹੀਂ ਬਣਦੇ ਹੁੰਦੇ। ਕਈ ਵਾਰੀ ਜਿਹੜੀ ਗੱਲ ਦਾ ਚਲੋ ਆਪਾਂ ਛੱਡ ਦਿੰਦੇ ਇਹਨੂੰ ਕਾਹਨੂੰ, ਜੀ ਪੰਜਾਬ ਦੇ ਮੁੱਖ ਮੰਤਰੀ ਹੈ ਫਿਰ ਵੀ। ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਸ਼ੈਟਲ ਏਰੀਆ ਦੇ ਵਿੱਚ ਓਨਰ, ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ ਜੀ। ਡਿਸਪੈਚ ਪੰਜਾਬੀ ਤੇ ਇੰਗਲਿਸ਼ ਕਰਦੇ ਨੇ। ਤੁਸੀਂ ਗੁਰਵਿੰਦਰ ਧਾਲੀਵਾਲ ਹੋਰਾਂ ਨਾਲ 2063544060 ਤੇ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਕਾਲ ਕਰ ਸਕਦੇ ਹੋ। ਸ਼ੈਟਲ ਵਾਸ਼ਿੰਗਟਨ ਏਰੀਆ ਦੇ ਵਿੱਚ ਕਿਸੇ ਤਰ੍ਹਾਂ ਦੀ ਕੰਸਟਰਕਸ਼ਨ ਕਰਾਉਣੀ ਹੈ ਤਾਂ ਗੁਰਵਿੰਦਰ ਗਰੇਵਾਲ ਹੋਰਾਂ ਦੇ ਨਾਲ 206 941 54 54 2069415454 ਦੇ ਉੱਤੇ ਕਾਲ ਕਰ ਸਕਦੇ ਹੋ। ਤੇ ਹੁਣ ਢਿੱਲੋਂ ਸਾਹਿਬ ਦੀਵਾਲੀ ਸੀ ਤੇ ਦੀਵਾਲੀ ਦੇ ਵਿੱਚ ਸੰਘਰਸ਼ੀਲ ਜਿਹੜੇ ਯੋਧੇ ਨੇ ਉਹ ਘਰਾਂ ਨੂੰ ਤਾਂ ਨਹੀਂ ਮੁੜਦੇ, ਤੇ ਐਤਕੀ ਕਹਿੰਦੇ ਬੀਬੀਆਂ ਦੀ ਰਾਤ ਵੀ ਜਿਹੜੀ ਆ ਉਹ ਦੀਵਾਲੀ ਦੀ ਰਾਤ ਸੜਕਾਂ ਤੇ ਗੁਜ਼ਰੀ ਹੈ। ਦੇਖੋ ਦਾਨੇਲੀਆ ਸਾਹਿਬ, ਗੱਲ ਇਹ ਹੈ ਪੰਜਾਬ ਦੀਆਂ ਬੀਬੀਆਂ ਕਿਸੇ ਤੋਂ ਘੱਟ ਨਹੀਂ ਜੀ। ਤੇ ਜੇ ਪੰਜਾਬ ਦੀਆਂ ਬੀਬੀਆਂ ਦੀ ਗੱਲ ਕਰ ਲਈਏ ਆਪਾਂ, ਕਈ ਵਾਰੀ ਹੁਣ ਗੀਤ ਗਾਉਂਦੇ ਹੁੰਦੇ ਆ ਲੋਕ ਮਹਾਰਾਣੀ ਝਾਂਸੀ ਦੇ, ਖੂਬ ਲੜੀ ਮਰਦਾਨੀ ਬਹੁਤੋ ਝਾਂਸੀ ਵਾਲੀ ਰਾਣੀ ਥੀ ਜੀ। ਉਹਨੂੰ ਚਲੋ ਹਿੰਦੀ ਦੀਆਂ ਕਿਤਾਬਾਂ 'ਚ ਲੱਗਿਆ, ਪਰ ਮਾਤਾ ਭਾਗੋ ਨੂੰ ਕੌਣ ਭੁੱਲੇ ਵੇ? ਮਾਈ ਭਾਗੋ ਨੇ ਵੀ ਤੇਗ ਚੱਕੀ ਸੀ ਜੀ। ਸੋ ਸਾਡੀਆਂ ਜਿਹੜੀਆਂ ਪੰਜਾਬ ਦੀਆਂ ਬੀਬੀਆਂ ਇਹ ਵੀ ਮਾਈ ਭਾਗੋ ਦੀਆਂ ਵਾਰਸ ਹੈ ਜੀ। ਆਪਾਂ ਵੀ ਪਹਿਲਾ ਮੌਕਾ ਨਹੀਂ ਜਦੋਂ ਇਹਨਾਂ ਬੀਬੀਆਂ ਨੂੰ ਤਲਵਾਰ ਚੱਕਣੀ ਪਈ। ਤਲਵਾਰ ਅੱਜ ਦੀ ਤਲਵਾਰ ਜਿਹੜੀ ਹੈਗੀ ਆ ਉਹ ਜਥੇਬੰਦਕ ਸ਼ਕਤੀ ਹੈ ਜੀ। ਉਹ ਤਲਵਾਰ ਨਹੀਂ ਜਿਹੜੀ ਦੂਸਰੀ ਤਲਵਾਰ ਹੁੰਦੀ ਸੀ। ਜਦੋਂ ਨਰਿੰਦਰ ਮੋਦੀ ਹੋਣਾ ਨੇ ਕਾਲੇ ਕਾਨੂੰਨ ਜੀ ਲਿਆਂਦੇ ਸੀ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਵਾਸਤੇ, ਕਿਸਾਨੀ ਨੂੰ ਖੇਤੀ ਸੈਕਟਰ ਦੇ ਵਿੱਚੋਂ ਬੇਦਖਲ ਕਰਨ ਵਾਸਤੇ ਜੀ, ਉਦੋਂ ਵੀ ਜੇ ਆਪਾਂ ਦੇਖੀਏ ਤਾਂ ਜਿਨ੍ਹਾਂ ਕਿਸਾਨਾਂ ਨੇ ਮੋਰਚੇ ਲਾਏ ਸੀ ਉਹਨਾਂ ਮੋਰਚਿਆਂ ਦੇ ਵਿੱਚ ਬੀਬੀਆਂ ਦੀ ਸ਼ਮੂਲੀਅਤ ਵੀ ਕੋਈ ਘੱਟ ਨਹੀਂ ਸੀ ਜੀ। ਖਾਸ ਕਰਕੇ ਬੀਕੇਯੂ ਉਗਰਾਹਾਂ ਦੀ ਤਾਰੀਫ ਕਰਨੀ ਬਣਦੀ ਹੈ ਕਿ ਬੀਕੇਯੂ ਉਗਰਾਹਾਂ ਵਾਲਿਆਂ ਨੇ ਔਰਤਾਂ ਨੂੰ ਬਹੁਤ ਮਹੱਤਵ ਦਿੱਤਾ। ਬਿਲਕੁਲ। ਔਰ ਔਰਤਾਂ ਨੂੰ ਵਕਾਇਦਾ ਜਿਹੜੀਆਂ ਉਹਨਾਂ ਦੀਆਂ ਕਾਰਕੁਨ ਬੀਬੀਆਂ ਨੂੰ ਵਕਾਇਦਾ ਟ੍ਰੇਨਿੰਗ ਦਿੱਤੀ ਹੋਈ ਹੈ ਤੁਸੀਂ ਬੋਲਣਾ ਕਿਵੇਂ ਹੈ ਜੀ। ਅੱਜ ਤੁਸੀਂ ਦੇਖੋ ਕਿ ਮੈਂ ਕਹਿੰਦਾ ਜੇ PhD ਕੀਤੀ ਹੋਵੇ ਕਿਸੇ ਪੱਤਰਕਾਰ ਕੁੜੀ ਦੀ ਤੇ ਉਹਨੇ ਜਾ ਕੇ ਗੱਲ ਕਰਨੀ ਹੋਵੇ ਸੰਘਰਸ਼ੀਲ ਬੀਬੀਆਂ ਦੇ ਨਾਲ, ਉਹ ਗੱਲ ਨਹੀਂ ਕਰ ਸਕਦੀ। ਜਦੋਂ ਆਰਥਿਕਤਾ ਦੇ ਉੱਤੇ ਗੱਲ ਕਰਦੀਆਂ, ਜਦੋਂ ਰਾਜਨੀਤੀ ਦੇ ਉੱਤੇ ਗੱਲ ਕਰਦੀਆਂ, ਜਦੋਂ ਉਹ ਜੈਂਡਰ ਡਿਸਕ੍ਰਿਮੀਨੇਸ਼ਨ ਦੇ ਉੱਤੇ ਗੱਲ ਕਰਦੀਆਂ, ਕੌਣ ਉਹਨਾਂ ਦਾ ਮੁਕਾਬਲਾ ਕਰੂਗਾ? ਜੀ ਬਿਲਕੁਲ। ਇਹ ਉਹਨਾਂ ਬੀਬੀਆਂ ਨੇ ਉਦੋਂ ਵੀ ਦਿੱਤਾ ਸੀ, ਲੇਕਿਨ ਸਾਥ ਦਿੱਤਾ ਸੀ ਆਪਣੇ ਮਰਦ ਸਾਥੀਆਂ ਦਾ, ਭਰਾਵਾਂ ਦਾ ਜੀ, ਪੁੱਤਾਂ ਦਾ, ਘਰਾਂ ਵਾਲਿਆਂ ਦਾ। ਉਹਨਾਂ ਨੇ ਲੜਾਈ ਲੜੀ ਸੀ, ਉਸ ਵੇਲੇ ਵੀ ਬਹੁਤ ਸਾਰੀਆਂ ਸੀ। ਹੁਣ ਇਸ ਵੇਲੇ ਇੱਕ ਸੰਘਰਸ਼ ਚੱਲ ਰਿਹਾ ਹੈ ਜੀ। ਉਹ ਸੰਘਰਸ਼ ਪੰਜਾਬ ਚੱਲ ਰਿਹਾ ਤੇ ਉਹ ਸਾਰੀਆਂ ਕਿਸਾਨ ਜਥੇਬੰਦੀਆਂ ਦਾ ਨਹੀਂ, ਉਹ ਵੀ ਇਕੱਲਾ ਬੀਕੇਯੂ ਉਗਰਾਹਾਂ ਦਾ ਹੈ। ਉਹ ਸੰਘਰਸ਼ ਇਹ ਹੈ ਕਿ ਉਹਨਾਂ ਨੇ ਅਲਟੀਮੇਟਮ ਪਹਿਲਾਂ ਵੀ ਦਿੱਤਾ ਸੀ। ਚੋਣਾਂ ਵੇਲੇ ਸਰਦਾਰ ਭਗਵੰਤ ਸਿੰਘ ਮਾਨ ਤੇ ਉਹਨਾਂ ਦੀ ਪਾਰਟੀ ਨੇ ਕੁਝ ਵਾਅਦੇ ਕੀਤੇ ਸੀ ਕਿਸਾਨਾਂ ਦੇ ਨਾਲ ਜੀ, ਤੇ ਉਹਨਾਂ ਵਾਅਦਿਆਂ ਦੀ ਰੌਸ਼ਨੀ ਦੇ ਵਿੱਚ ਜਦੋਂ ਸਰਕਾਰ ਬਣ ਗਈ ਤੇ ਫਿਰ ਉਹਨਾਂ ਨੇ ਕਿਹਾ ਭਾਈ ਸਾਡੀ ਵੀ ਗੱਲ ਸੁਣੋ। ਬਹੁਤ ਵਧੀਆ ਕੀਤੀ। ਭਗਵੰਤ ਸਿੰਘ ਮਾਨ ਹੋਰਾਂ ਨੇ ਬੁਲਾਇਆ ਉਹਨਾਂ ਨੂੰ ਕਿ ਆਓ ਬਈ ਮੇਰੇ ਸੱਜਣ ਮਿੱਤਰੋ, ਤੁਸੀਂ ਮੇਰੇ ਪਿੰਡਾਂ ਦੇ ਹੋ, ਮੇਰੇ ਸੂਬੇ ਦੇ ਹੋ,
ਜੋ ਉਹਨਾਂ ਨੇ ਕਿਹਾ ਤੇ ਭਗਵੰਤ ਸਿੰਘ ਮਾਨ ਉਹਨਾਂ ਦੀ ਗੱਲ ਮੰਨਦਾ ਰਿਹਾ। ਜਿੱਥੇ ਉਹਦੇ ਕੋਲੇ ਥੋੜਾ ਬਹੁਤਾ ਹੱਥ ਤੰਗ ਸੀ, ਉਹਨੇ ਕਿਹਾ ਜੀ ਮੇਰਾ ਹੱਥ ਤੰਗ ਹੈ। ਉਹ ਕਹਿੰਦੇ ਕੋਈ ਗੱਲ ਨਹੀਂ, ਠੀਕ ਹੈ, ਠੀਕ ਹੈ, ਸ਼ੁਰੂਆਤ ਅੱਛੀ ਹੈ। ਮੇਰੇ ਯਾਦ ਹੈ ਉਗਰਾਹਾਂ ਸਾਹਿਬ ਨੇ ਆ ਕੇ ਬਾਹਰ ਕਿਹਾ ਸੀ ਕਿ ਬੜਾ ਖੁੱਲਾ ਟਾਈਮ ਦਿੱਤਾ, ਬੜਾ ਖੁੱਲਾ ਟਾਈਮ ਦਿੱਤਾ ਸੀ। ਜੋ ਗੱਲ ਕਹੀ ਹੈ ਉਹਨੇ ਗੱਲ ਸੁਣੀ ਹੈ, ਸਾਡੀ ਸਮਝੀ ਹੈ, ਤੇ ਨਾਲ ਭਰੋਸਾ ਦਿੱਤਾ ਕਿ ਇੰਪਲੀਮੈਂਟ ਕਰੂ। ਮੰਗਾਂ ਸਾਰੀਆਂ ਲਗਭਗ ਸਾਡੀਆਂ ਮੰਨੀਆਂ ਗਈਆਂ ਜੀ। ਲੇਕਿਨ ਦਾਨੇਵਾਲੀਆ ਸਾਹਿਬ, ਜਦੋਂ ਤੁਸੀਂ ਟੇਬਲ ਤੇ ਬੈਠ ਕੇ ਗੱਲਾਂ ਕਰਦੇ ਹੋ ਉਹ ਸਥਿਤੀ ਹੋਰ ਹੁੰਦੀ ਹੈ, ਤੇ ਜਦੋਂ ਤੁਸੀਂ ਖਜ਼ਾਨੇ ਦੀ ਹਾਲਤ ਦੇਖਦੇ ਹੋ ਉਦੋਂ ਗੱਲਾਂ ਹੋਰ ਹੁੰਦੀਆਂ, ਉਹ ਸਥਿਤੀ ਹੋਰ ਹੁੰਦੀ ਹੈ। ਕਈ ਵਾਰੀ ਹਾਲਤ ਇਹ ਹੁੰਦੀ ਹੈ ਕਿ ਬੰਦੇ ਦੇ ਆਪਣੇ ਹੱਥ ਦੇ ਵਿੱਚ ਪਾਵਰ ਕਿੰਨੀ ਕੁ ਹੈ, ਉਹ ਵੀ ਵੇਖਣ ਵਾਲੀ ਇਸ ਗੱਲ ਤੇ ਵੀ ਬੜਾ ਕੁਝ ਨਿਰਭਰ ਹੈ। ਹੁਣ ਭਗਵੰਤ ਸਿੰਘ ਮਾਨ ਹੋਰਾਂ ਨੂੰ ਕਈ ਜਿਹੜੀਆਂ ਹੈਗੀਆਂ ਦੁਸ਼ਾਵਰੀਆਂ ਦਾ ਸਾਹਮਣਾ ਕਰਨਾ ਪਿਆ। ਇੱਕ ਦੁਸ਼ਾਵਰੀ ਦਾ ਜਿਹੜਾ ਅੱਜ ਕੱਲ੍ਹ ਗਵਰਨਰ ਦੇ ਨਾਲ ਪੇਚਾ ਪਿਆ ਹੋਇਆ, ਉਹਦਾ ਹੀ ਪੈਣਾ ਪਿਆ। ਉਹਦੇ ਤੋਂ ਬਹੁਤ ਸਾਰੇ ਲੋਕ ਕਹਿੰਦੇ ਜੀ ਗਵਰਨਰ ਨੇ ਇੱਥੇ ਡਿੱਕਾ ਪਾਤਾ, ਇੱਥੇ ਡਿੱਕਾ ਪਾਤਾ। ਹੁਣ ਇਹ ਉਹੀ ਗਵਰਨਰ ਹੈ ਜਿਸ ਗਵਰਨਰ ਦੇ ਨਾਲ ਮਾਨ ਸਾਹਿਬ ਪੂਰੀ ਤਰ੍ਹਾਂ ਘਿਓ ਖਿਚੜੀ ਹੋਈ ਸੀ। ਲੇਕਿਨ ਸੰਬੰਧ ਵਿਗੜੇ ਕਿੱਥੇ ਆ ਕੇ? ਦੋ ਮੁੱਦਿਆਂ ਤੇ। ਇੱਕ ਤਾਂ ਇਹ ਹੈ ਕਿ ਜਿਹੜਾ ਬੇਲੋੜਾ, ਮੈਂ ਇਹਨੂੰ ਬੇਲੋੜਾ ਸਮਝਦਾ, ਆਪਾਂ ਤਾਂ ਪਹਿਲਾਂ ਹੀ ਬੇਲੋੜਾ ਕਹਿੰਦੇ, ਕਿਹੜਾ ਆਪਰੇਸ਼ਨ ਲੋਟਸ ਸੀ ਤੇ ਕੀ ਕਰਤਾ। ਉਹਦੇ ਤੇ ਕਹਿੰਦੇ ਜੀ ਇਸ ਤਾਂ ਬਹੁਮਤ ਦਾ ਆਪਦਾ ਦਿਖਾਉਣਾ ਵੀ ਸਾਡੇ ਕੋਲ ਬਹੁਮਤ ਹੈ, ਪੰਜਾਬ ਦੇ ਲੋਕ ਨਾਲ ਹੈ। ਹਾਲਾਂਕਿ ਬਹੁਮਤ ਤਾਂ ਪੰਜਾਬ ਦੇ ਲੋਕਾਂ ਨੇ ਸੰਗਰੂਰ ਚ ਦਿਖਾਤਾ। ਦੋ ਤਿੰਨ ਮਹੀਨੇ ਪਹਿਲਾਂ ਕਿੰਨਾ ਕੁ ਸੀ ਤੇ ਹੁਣ ਕਿੰਨਾ ਕੁ ਹੈ। ਇਹ ਵੱਖਰੀ ਗੱਲ ਹੈ ਕਿ ਲੋਕਾਂ ਨੇ ਤੁਹਾਨੂੰ ਚੁਣਿਆ ਤੇ ਬਹੁ ਗਿਣਤੀ ਬੰਦੇ ਤੁਹਾਡੇ ਨਾਲ, ਬਹੁ ਗਿਣਤੀ ਨਹੀਂ 90% ਤੋਂ ਉੱਪਰ, ਤੁਹਾਡੇ ਨਾਲ 92 ਬੰਦੇ ਹੈ ਤੁਹਾਡੇ ਨਾਲ ਕਿ ਤੁਹਾਨੂੰ ਤਾਂ ਕੋਈ ਖਤਰਾ ਹੀ ਹੈ ਨਹੀਂਗਾ। ਖੈਰ, ਉਦੋਂ ਜਿਹੜੀ ਉਹ ਗੱਲ ਸਾਰੀ ਕਰਵਾਈ ਗਈ ਸੀ, ਉਹ ਸਮਝਦੇ ਆਪਾਂ ਵੀ ਸਮਝਦੇ ਕਿ ਅਸਲ ਦੇ ਵਿੱਚ ਉਹ ਇੱਕ ਦਿਖਾਉਣਾ ਸੀ ਗੁਜਰਾਤ ਦੇ ਵਿੱਚ, ਹਿਮਾਚਲ ਦੇ ਵਿੱਚ, ਕਿ ਜਿਹੜੀਆਂ ਆਪੋਜੀਸ਼ਨ ਦੀਆਂ ਸਰਕਾਰਾਂ ਖਾਸ ਕਰਕੇ ਜਿਹੜੇ ਆਪਣੇ ਆਪ ਨੂੰ ਕੱਟੜ ਇਮਾਨਦਾਰ ਤੇ ਇਨਕਲਾਬੀ ਕਹਾਉਂਦੇ, ਇਹ ਉਹਨਾਂ ਨੂੰ ਇਹ ਜਿਹੜੀ ਕੇਂਦਰ ਦੀ ਸਰਕਾਰ ਟਿਕਣ ਨਹੀਂ ਦੀ, ਸਾਡੀਆਂ ਸਰਕਾਰਾਂ ਤੋੜਦੇ, ਆਪਣੇ ਆਪ ਨੂੰ ਵਿਕਟਮ ਬਣਾ ਕੇ ਪੇਸ਼ ਕਰਨਾ, ਔਰ ਉਹਨਾਂ ਨੂੰ ਇੱਕ ਜਿਹੜੇ ਹੈਗੇ ਕੀ ਕਹਾਂਗੇ ਆਪਾਂ ਜਾਬਰ ਬਣਾ ਕੇ ਪੇਸ਼ ਕਰਨਾ। ਜਾਬਰਾਂ ਦੇ ਖਿਲਾਫ ਵਿਕਟਮਾਂ ਦੀ ਲੜਾਈ ਵਾਸਤੇ ਉਹੀ ਜਬੇ ਬਾਣ ਲੱਗ ਗਏ ਤਬੇ ਰੋਸ ਜਾਗੇ ਵਾਲੀ ਗੱਲ ਜੋ ਸਾਡਾ ਸਿੱਖਸ ਦਾ ਇਸ ਢੰਗ ਦੇ ਨਾਲ ਮਤਲਬ ਜਦੋਂ ਗੱਲ ਕਰਦੇ ਸੀ ਤੇ ਉਹਦੇ ਤੇ ਉਹਨਾਂ ਨੇ ਲਿਆ ਕੇ ਇਹ ਗੱਲ ਕੱਢੀ। ਇੱਕ ਤਾਂ ਉਹਦਾ ਰੌਲਾ ਪਿਆ ਜੀ। ਦੂਜਾ ਰੌਲਾ ਪੈਂਦਾ ਹੈ ਜਦੋਂ ਰਾਸ਼ਟਰਪਤੀ ਮੁਰਮੂ ਸਾਹਿਬਾ ਆਪਣੇ ਉਹ ਏਅਰ ਡੇ ਦੇ ਇੱਥੇ ਆਏ ਸੀ, ਹਾਂਜੀ, ਤੇ ਸੱਦੇ ਦੇ ਬਾਵਜੂਦ ਵੀ ਸਾਡੇ ਮੁੱਖ ਮੰਤਰੀ ਸਾਹਿਬ ਹੈ ਨਹੀਂ ਸੀਗੇ। ਏਅਰਫੋਰਸ ਡੇ ਤੇ ਮੁੱਖ ਮੰਤਰੀ ਸਾਹਿਬ ਹੈ ਨਹੀਂ ਸੀ। ਮੇਰਾ ਨਹੀਂ ਖਿਆਲ ਕਿ ਮੁੱਖ ਮੰਤਰੀ ਦਾ ਜੀ ਨਹੀਂ ਕਰਦਾ ਸੀ ਕਿ ਵੀ ਉਹ ਰਾਸ਼ਟਰਪਤੀ ਸਾਹਿਬਾਂ ਨੂੰ ਵੈਲਕਮ ਨਾ ਕਰਦੇ। ਉਹਨਾਂ ਦਾ ਵੀ ਜੀ ਕਰਦਾ ਸੀ ਕਿ ਇਹ ਮੌਕੇ ਹੀ ਹੁੰਦੇ ਹੈ ਰਾਸ਼ਟਰਪਤੀ ਦੇ ਨਾਲ ਤਸਵੀਰ ਖਿਚਵਾਉਣ ਦਾ, ਰਾਸ਼ਟਰਪਤੀ ਦੇ ਨਾਲ ਬੈਠਣ ਦਾ। ਜੇ ਅੱਜ ਆਪਾਂ ਦੇਖਦੇ ਹਾਂ ਰੋਟੀ ਤਾਂ ਜਿਹੜੇ ਹੈਗੇ ਆ ਵਿਚਾਰੇ ਭੀਖ ਮੰਗਣ ਵਾਲੇ ਉਹ ਵੀ ਖਾਂਦੇ, ਤੇ ਜੇ ਬੰਦਾ ਪੋਜੀਸ਼ਨਾਂ ਹਾਸਲ ਕਰਦਾ ਹੈ, ਠੀਕ ਹੈ, ਕੁਝ ਲੋਕ ਕਹਿੰਦੇ ਜੀ ਅਸੀਂ ਲੋਕਾਂ ਦਾ ਭਲਾ ਕਰਨਾ ਤੇ ਸਿਆਸਤਦਾਨਾਂ ਨੇ ਲੋਕਾਂ ਦਾ ਭਲਾ ਕਿੰਨਾ ਕਰਤਾ। ਲੇਕਿਨ ਗੱਲ ਹਰ ਬੰਦਾ ਇਹ ਚਾਹੁੰਦਾ ਹੁੰਦਾ ਕਿ ਮੇਰੀ ਮਹਿਮਾ ਜਿਹੜੀ ਆ ਹੋਵੇ। ਅਸੀਂ ਆਹ ਸਿਸਟਮ ਚਲਾ ਰਹੇ ਹਾਂ, ਅਸੀਂ ਵੀ ਇਸ ਗੱਲ ਕਰਕੇ ਕਿ ਦੁਨੀਆ 'ਚ ਸਾਡਾ ਨਾ ਜਾਵੇ। ਸਾਰੇ ਲੋਕ ਇਹ ਗੱਲ ਕਰਦੇ ਤੇ ਉਹਨਾਂ ਨੇ ਵੀ ਇਹ ਗੱਲ ਕੀਤੀ ਹੋਣੀ ਹੈ, ਪਰ ਉਹ ਆ ਨਹੀਂ ਸਕੇ। ਆ ਕਿਉਂ ਨਹੀਂ ਸਕੇ ਜੀ? ਆ ਇਸ ਕਰਕੇ ਨਹੀਂ ਸਕੇ ਕਿਉਂਕਿ ਡਿਊਟੀ ਗੁਜਰਾਤ ਡਾਢਿਆਂ ਵੱਲੋਂ ਲੱਗੀ ਸੀ, ਜਵਾਬ ਨਹੀਂ ਦੇ ਸਕਦੇ। ਸੋ ਇਹ ਮੇਰੇ ਖਿਆਲ ਮੁਤਾਬਕ ਆ ਵੀ ਭਗਵੰਤ ਸਿੰਘ ਮਾਨ ਨੇ ਤਾਂ ਗੱਲਾਂ ਮੰਨ ਲਈਆਂ, ਤੇ ਜਿਹੜੇ ਇਸ ਵੇਲੇ ਖਜ਼ਾਨਾ ਦੇਖਣ ਵਾਲੇ ਲੋਕ ਹੈ, ਭਾਵੇਂ ਖਜ਼ਾਨਾ ਮੰਤਰੀ ਤਾਂ ਹੈਗੇ ਹਰਪਾਲ ਸਿੰਘ ਚੀਮਾ, ਪਰ ਚਾਬੀ ਖਜ਼ਾਨੇ ਦੀ ਤਾਂ ਕਿਤੇ ਹੋਰ ਹੈ, ਉੱਥੋਂ ਇਜਾਜ਼ਤ ਨਹੀਂ ਮਿਲੀ। ਹੁਣ ਮੈਂ ਭਗਵੰਤ ਸਿੰਘ ਮਾਨ ਨੂੰ ਕਸੂਰਵਾਰ ਨਹੀਂ, ਉਹਨੂੰ ਉੱਥੇ ਕੋਈ ਇਜਾਜ਼ਤ ਚਾਬੀ ਫਿਰ ਦੂਜੇ ਪਾਸੇ ਖੁੱਲਦੀ ਵੀ ਹੈ ਨਾ। ਕਰੋੜ ਰੁਪਈਆ ਦਿਹਾੜੀ ਦਾ ਲਾਉਣਾ ਫੇਸਬੁੱਕ YouTube ਤੇ, ਉਹ ਗੁਜਰਾਤ ਚ ਦਿਖਾਉਣਾ। ਫਿਰ ਸੱਚ, ਉਹ ਆ ਇੱਕ ਨਵਾਂ ਸਿਲਸਿਲਾ ਹੋ ਗਿਆ, ਕਹਿੰਦੇ ਹੁਣ YouTube ਵਾਲੇ ਤੇ ਅੱਗੇ ਤਾਂ ਅਖਬਾਰਾਂ ਚ ਇਸ਼ਤਿਹਾਰ ਸੁਣਦੇ ਸੀ, ਉਧਰ ਵੀ ਚੱਲ ਪਏ ਸਾਰੇ। ਹਾਂ, ਉਹ ਠੀਕ ਹੈ, ਫਿਰ ਪੈਸਾ ਤਾਂ ਉਧਰ ਖਰਚ ਹੋਈ ਜਾਂਦਾ, ਤੇ ਫਿਰ ਉਹ ਕਿਸਾਨਾਂ ਦੀਆਂ ਮੰਗਾਂ ਤੇ ਉੱਤੇ ਅਮਲ ਕਿਵੇਂ ਹੋਵੇ? ਲਓ ਜੀ, ਕਿਸਾਨਾਂ ਨੇ ਫਿਰ ਉਹੀ ਗੱਲ ਕਰ ਲਈ, ਉਹ ਕਹਿੰਦੇ ਕੋਈ ਗੱਲ ਨਹੀਂ ਜੀ, ਫਿਰ ਅਸੀਂ ਆਪਣਾ ਕਰਦੇ ਹਾਂ, ਆਪਣਾ ਡੰਡਾ ਡੇਰਾ ਚੱਕਦੇ ਹਾਂ। ਹਾਲਾਂਕਿ ਸਾਰੀ ਦੁਨੀਆ ਨੂੰ ਪਤਾ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਇਸ ਵੇਲੇ ਚੰਡੀਗੜ੍ਹ ਰਹਿੰਦੇ ਜੀ। ਉਹਨਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਸੰਗਰੂਰ ਵਾਲੀ ਉਸ ਕਲੋਨੀ ਦੇ ਵਿੱਚ ਨਹੀਂ ਰਹਿੰਦਾ। ਮੈਨੂੰ ਇੱਕ ਦਿਨ ਇੱਕ ਸੱਜਣ ਦਾ ਫੋਨ ਆਇਆ, ਉਸ ਕਲੋਨੀ ਦਾ ਵਸਨੀਕ ਸੀ। ਉਹ ਕਹਿੰਦਾ ਜੀ ਕਦੇ ਗੇੜਾ ਮਾਰ ਲਓ ਤੁਸੀਂ। ਮੈਂ ਕਿਹਾ ਜੀ ਗੱਲ ਵੀ ਸਾਡੇ, ਕਹਿੰਦਾ ਕੋਈ ਤੁਹਾਡਾ ਬੰਦਾ ਹੋਣਾ ਉਹਨੂੰ ਭੇਜ ਦਿਓ। ਮੈਂ ਕਿਹਾ ਕੀ ਗੱਲ ਹੈ? ਕਹਿੰਦਾ ਸਾਡੀ ਕਲੋਨੀ ਦੀ ਹਾਲਤ ਤਾਂ ਦੇਖੋ ਕੀ ਹੈ। ਮੈਂ ਕਿਹਾ ਜੀ ਕਿਵੇਂ? ਕਹਿੰਦਾ ਭਗਵੰਤ ਸਿੰਘ ਮਾਨ ਤਾਂ ਆਪਦਾ ਡੰਡਾ ਡੇਰਾ ਚੱਕ ਕੇ ਚਲਾ ਗਿਆ, ਉਹਦਾ ਤਾਂ ਹੈ ਨਹੀਂ ਕੁਛ। ਉਹ ਕਿਰਾਏ ਤੇ ਸੀ ਕਿ ਆਪਦਾ ਹੀ ਸੀ ਉਹਦਾ? ਮੈਂ ਆਹੀ ਗੱਲ ਹੈ, ਇਹ ਕੱਜ ਆਪਾਂ ਪਹਿਲੀ ਵਾਰ ਇਨਕਸ਼ਾਫ ਕਰ ਰਹੇ। ਮੈਨੂੰ ਜਿਹੜੀ ਉਸ ਬੰਦੇ ਨੇ ਦੱਸੀ, ਉਹ ਕਹਿੰਦਾ ਜਿਹੜੇ ਕਲੋਨਾਈਜ਼ਰ ਨੇ ਕਲੋਨੀ ਬਣਾਈ ਹੈ ਉਹਦੀ ਨੇੜ ਤਾਂ ਭਗਵੰਤ ਸਿੰਘ ਮਾਨ ਨਾਲ। ਅੱਛਾ, ਉਹਨੇ ਗਿਫਟ ਦਿੱਤਾ ਹੋਇਆ ਸੀ। ਚਲੋ ਉਹਨੇ ਕਹਿੰਦਾ ਜੀ ਤੁਸੀਂ ਰਹਿ ਪੋ, ਗਿਫਟ ਨਹੀਂ ਆਪਾਂ ਕਹਿ ਸਕਦੇ। ਅਗਲਾ ਕਹਿੰਦਾ ਰਹਿ ਪੋ ਜੀ, ਕੋਈ ਗੱਲ ਨਹੀਂ, ਚਲੋ ਤੁਹਾਨੂੰ ਵੀ ਕੋਠੀ ਦੇ ਦਿੰਦੇ। ਲੇਕਿਨ ਕੋਠੀ ਨੂੰ ਜਿਹੜੀ ਮੁਕੰਮਲਤਾ ਸੀ ਕੋਠੀ ਦੀ, ਉਹ ਅਧੂਰੀ ਹੈ ਹਾਲੇ ਤੱਕ। ਅੱਛਾ, ਅਜੇ ਤੱਕ ਉਹ ਕਹਿੰਦੇ ਜੀ, ਕਹਿੰਦੇ ਸਾਡੇ ਤਾਂ ਬਿਜਲੀ ਦਾ ਕਨੈਕਸ਼ਨ ਵੀ ਨਹੀਂ ਲੱਗ ਸਕਦਾ ਜੇ ਅਸੀਂ ਆਪ ਬਿਜਲੀ ਦਾ ਕਨੈਕਸ਼ਨ ਲਵਾਈਏ, ਕਿਉਂਕਿ ਜਿਹੜੀਆਂ
ਕੰਡੀਸ਼ਨਾਂ ਸੀ ਤਾਰਾਂ ਪਾਉਣ ਵਾਲੀਆਂ ਜੋ ਵੀ ਸਾਰੀਆਂ ਉਹਨਾਂ ਦੀ ਜੇ ਪੂਰਤੀ ਨਹੀਂ ਹੋਈ ਹਾਲਤ ਇਹ ਤੇ ਕਹਿੰਦੇ ਜੀ ਮਾਨ ਸਾਹਿਬ ਤਾਂ ਚਲੇ ਗਏ ਇੱਕ ਤਾਂ ਸਾਨੂੰ ਕਹਿੰਦੇ ਇਹਦੀ ਪ੍ਰੋਬਲਮ ਹੈ ਤੇ ਦੂਜੇ ਕਿਸਾਨ ਬਹਿ ਗਏ ਆ ਕੇ ਖੜਾ ਬੰਦਾ ਸਿਆਣਾ ਸੀ ਉਹ ਕਹਿੰਦਾ ਜੀ ਕਿਸਾਨਾਂ ਨਾਲ ਸਾਨੂੰ ਕੋਈ ਬਹੁਤੀ ਅੱਚ ਵੀ ਨਹੀਂ ਮੈਂ ਕਿਹਾ ਜੀ ਫਿਰ ਮਾਨ ਸਾਹਿਬ ਤਾਂ ਤੁਹਾਡੇ ਮੁੱਖ ਮੰਤਰੀ ਹੈ ਤੁਹਾਡੇ ਤੇ ਗੁਆਂਢੀ ਸੀ ਜੀ ਤੁਸੀਂ ਮਾਨ ਸਾਹਿਬ ਨੂੰ ਕਹਿਣਾ ਸੀ ਕਹਿੰਦਾ ਸੀ ਪਹਿਲਾਂ ਵੀ ਕਹਿੰਦੇ ਰਹੇ ਮੁੱਖ ਮੰਤਰੀ ਮੈਨੂੰ ਤਾਂ ਕਹਿੰਦੇ ਰਹੇ ਵੀ ਕਰਾਵਾਂਗੇ ਜੀ ਸਮਝਾਉਣੇ ਉਹਨੂੰ ਕਹਿੰਦੇ ਤੇ ਉਹਨੂੰ ਕਹਿੰਦੇ ਹੁਣ ਤਾਂ ਕਹਿੰਦੇ ਵੀ ਸਾਡੀ ਪਹੁੰਚ ਤੋਂ ਹੀ ਬਾਹਰ ਹੋ ਗਿਆ ਮੁੱਖ ਮੰਤਰੀ ਸਾਹਿਬ ਨੂੰ ਮਿਲੀਏ ਕਿਵੇਂ ਸੋ ਹੁਣ ਇਸ ਮਾਮਲੇ 'ਚ ਉਹਨਾਂ ਨੇ ਜੀ ਉਗਰਾਹਾਂ ਵਾਲਿਆਂ ਨੇ ਲਾਇਆ ਹੋਇਆ ਮੋਰਚਾ ਮੁੱਖ ਮੰਤਰੀ ਸਾਹਿਬ ਦੇ ਉੱਥੇ ਜਿੱਥੇ ਉਹਨਾਂ ਦੀ ਸੰਕੇਤਕ ਆਪਾਂ ਕਹਿ ਸਕਦੇ ਵੀ ਰਿਹਾਇਸ਼ ਸੀ ਸੰਕੇਤਕ ਰਿਹਾਇਸ਼ ਹੈਗੀ ਉੱਥੇ ਉਹਨਾਂ ਨੇ ਮੋਰਚਾ ਲਾਇਆ ਹੋਇਆ ਉਹ ਮੋਰਚੇ ਦੇ ਵਿੱਚ ਮੈਂ ਪਹਿਲਾਂ ਵੀ ਕਹਿ ਹਟਿਆ ਕਿ ਜਿਹੜੇ ਉਗਰਾਹਾਂ ਵਾਲਿਆਂ ਨੂੰ ਇੱਕ ਕ੍ਰੈਡਿਟ ਜਾਂਦਾ ਤੇ ਉਹਨਾਂ ਦੀ ਤਾਰੀਫ ਕਰਨੀ ਬਣਦੀ ਹੈ ਕਿ ਸਮਾਜ ਦੇ 50% ਜਿਹੜੇ ਅੱਧੀ ਆਬਾਦੀ ਨੂੰ ਉਹਨਾਂ ਨੇ ਪੂਰਾ ਹੱਕ ਦੇ ਕੇ ਤੇ ਆਪਣੇ ਨਾਲ ਜੁੜਿਆ ਹੋਇਆ ਸੰਘਰਸ਼ ਦੇ ਵਿੱਚ ਲਓ ਜੀ ਉਹਨਾਂ ਦੀ ਬੀਬੀ ਦਾ ਮੈਂ ਨਾਂ ਤਾਂ ਭੁੱਲ ਗਿਆ ਜੀ ਬਰਨਾਲਾ ਜ਼ਿਲ੍ਹੇ ਦੀ ਪ੍ਰਧਾਨ ਹੈ ਤੇ ਉਹ ਬਰਨਾਲਾ ਜ਼ਿਲ੍ਹੇ ਦੀ ਪ੍ਰਧਾਨ ਨੂੰ ਜਾ ਕੇ ਇੱਕ ਜਰਨਲਿਸਟ ਮਿਲਦੇ ਹੈ ਕਿ ਤੁਸੀਂ ਦੱਸੋ ਜੀ ਤੁਹਾਡਾ ਕੀ ਹਾਲ ਚਾਲ ਹੈ ਉਹ ਕਹਿੰਦੇ ਜੀ ਅਸੀਂ ਆਪਣੇ ਹੱਕਾਂ ਦੀ ਖਾਤਰ ਡਟੇ ਹਾਂ ਉਹ ਕਹਿੰਦੇ ਜੀ ਤੁਹਾਡੀ ਦੀਵਾਲੀ ਕਹਿੰਦੇ ਕਿਹੜੀਆਂ ਲੋਹੜੀਆਂ ਤੇ ਕਿਹੜੀਆਂ ਦੀਵਾਲੀਆਂ ਬਿਲਕੁਲ ਸਹੀ ਗੱਲ ਸੰਘਰਸ਼ੀਲ ਬੰਦਿਆਂ ਵਾਸਤੇ ਕਹਿੰਦੇ ਲੋਹੜੀਆਂ ਤੇ ਦੀਵਾਲੀਆਂ ਨਹੀਂ ਕਹਿੰਦੇ ਸਾਡੇ ਵਾਸਤੇ ਕੋਈ ਮਹੱਤਵ ਰੱਖਦੀਆਂ ਸਾਡੇ ਵਾਸਤੇ ਮਹੱਤਵ ਸਾਡੇ ਹੱਕ ਰੱਖਦੇ ਤੇ ਜਿਹੜਾ ਬੰਦਾ ਆਪਣੇ ਹੱਕ ਨਹੀਂ ਲੈ ਸਕਦਾ ਉਹ ਦੇਵੀਆਂ ਦੇਵਤਿਆਂ ਨੂੰ ਮੱਥੇ ਟੇਕ ਕੇ ਜਾਂ ਦੀਵਾਲੀ ਦੀ ਪੂਜਾ ਨਾਲ ਉਹਦਾ ਕੁਝ ਨਹੀਂ ਬਣਦਾ ਲੜਾਈ ਲੜਦੇ ਆ ਕਹਿੰਦੇ ਲੜਾਂਗੇ ਤੇ ਉਦੋਂ ਤੱਕ ਲੜਾਈ ਲੜਾਂਗੇ ਜਿੰਨੀ ਦੇਰ ਤੱਕ ਸਾਡੇ ਹੱਕ ਸਾਨੂੰ ਨਹੀਂ ਮਿਲਦੇ ਇਹਦੇ ਨਾਲ ਹੀ ਦਾਨੇ ਵਾਲੀਆਂ ਸਭ ਦੋ ਘਟਨਾਵਾਂ ਹੋਰ ਜੀ ਇੱਕ ਬੀਬੀ ਸਿੱਪੀ ਸ਼ਰਮਾ ਜਿਹੜੀ ਉਹ ਮੋਹਾਲੀ ਚੜੀ ਸੀ ਟੈਂਕੀ ਤੇ ਨਾਲ ਇੱਕ ਹੋਰ ਭੈਣ ਬਣੀ ਸੀ ਉਹ ਹੁਣ ਭੈਣ ਵਾਲੇ ਮਾਮਲੇ ਦੇ ਵਿੱਚ ਕੱਲ ਫੇਰ ਦੇਖਿਆ ਵੀ ਕੀ ਕਰਗੇ ਖੈਰ ਗੱਲ ਤਾਂ ਇਹ ਵੀ ਬੱਚੇ ਆ ਉਹਨਾਂ ਦੇ ਘਰਾਂ ਦੇ ਵਿੱਚ ਬੈਠੇ ਬੱਚੇ ਤਾਂ ਮਾਵਾਂ ਨੂੰ ਉਡੀਕਦੇ ਆ ਨਾ ਵੀ ਆਪਣਾ ਦੀਵਾਲੀ ਵਾਲੇ ਦਿਨ ਤਾਂ ਇਕੱਠੇ ਹੋ ਜਾਈਏ ਫਿਰ ਜਿਹੜੇ ਮੰਤਰੀ ਸਾਹਿਬ ਹੈ ਐਜੂਕੇਸ਼ਨ ਮੰਤਰੀ ਉਹਨਾਂ ਨੇ ਜੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਰਾਹੀਂ ਤਾਲਮੇਲ ਸਥਾਪਿਤ ਕੀਤਾ ਉਹਨਾਂ ਨੇ ਕਹਿੰਦੇ ਜੀ ਗੱਲ ਕਰਾਓ ਫਿਰ ਉਹਨਾਂ ਨੇ ਜੀ ਫਿਰ ਕਹਿੰਦੇ ਜੀ ਮੈਂ ਆਪਣੇ ਗੋਡਫਾਦਰ ਦੇ ਬਿਹਾਫ ਤੇ ਅੱਛਾ ਜੀ ਤੁਹਾਨੂੰ ਭਰੋਸਾ ਦੇਣਾ ਕਿ ਤੁਹਾਨੂੰ ਅਸੀਂ ਨੌਕਰੀਆਂ ਦੇਵਾਂਗੇ ਗੋਡਫਾਦਰ ਕੇਜਰੀਵਾਲ ਸਾਹਿਬ ਬਿਲਕੁਲ ਅੱਛਾ ਤੇ ਉਹ ਕਹਿੰਦੇ ਸੀ ਤੁਹਾਨੂੰ ਨੌਕਰੀਆਂ ਦੇਵਾਂਗੇ ਸਵਾਲ ਹੀ ਨਹੀਂ ਪੈਦਾ ਹੁੰਦਾ ਨਾ ਦੇਈਏ ਕਹਿੰਦੇ ਪੱਕੀ ਗੱਲ ਹੈ ਕਹਿੰਦੇ ਜੀ ਬਿਲਕੁਲ ਪੱਕੀ ਗੱਲ ਹੈ ਚਲੋ ਉਹਨਾਂ ਨੇ ਕਿਹਾ ਜੀ ਕਿਉਂਕਿ ਉਹਨਾਂ ਦੇ ਤਾਂ ਜਿਹੜੇ ਜਿਹੜੀਆਂ ਅੰਦੋਲਨਕਾਰੀ ਬੀਬੀਆਂ ਕਿਸਾਨ ਬੀਬੀਆਂ ਉਹਨਾਂ ਦੀ ਹਾਲਤ ਹੋਰ ਹੈ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਕਬੀਲਦਾਰੀ ਵੀ ਹੈ ਬੱਚੇ ਵੀ ਪਾਲਣੇ ਛੋਟੀਆਂ ਉਮਰਾਂ ਉਹਨਾਂ ਦੀ ਪੋਜੀਸ਼ਨ ਕੁਝ ਹੋਰ ਆ ਕਹਿੰਦੇ ਕੋਈ ਗੱਲ ਨਹੀਂ ਚਲੋ ਜੀ ਠੀਕ ਹੈ ਕੱਲ ਫਿਰ ਕਰੇਨ ਲਾ ਕੇ ਅੱਛਾ ਜੀ ਉਹ ਟੈਂਕੀ ਦੇ ਬਰਾਬਰ ਕਰੇਨ ਲਾ ਕੇ ਫਿਰ ਉਹਨਾਂ ਬੀਬੀਆਂ ਨੂੰ ਉਤਾਰ ਲਿਆ ਲਾ ਲਿਆ ਅੱਛਾ ਜੀ ਇਹ ਹੈ ਤੇ ਤੀਜੀ ਜਿਹੜੀ ਇਹ ਨਾਲ ਦਾਣੇ ਵਾਲੀ ਸਾਹਿਬ ਫਿਰ ਜਿਹੜੀ ਪਹਿਲੀ ਵਾਰੀ ਆਪਾਂ ਕਾਲੀ ਦੀਵਾਲੀ ਮੁਲਾਜ਼ਮਾਂ ਵੱਲੋਂ ਸੁਣਦੇ ਰਹੇ ਕਿ ਕਾਲੀ ਦੀਵਾਲੀ ਬਣਾਵਾਂ ਪਰ ਕੱਲ ਸੱਚਮੁੱਚ ਮੂਸੇ ਦੀਆਂ ਗਲੀਆਂ ਨੇ ਕਾਲੀ ਦੀਵਾਲੀ ਬਣਾਈ ਉੱਥੇ ਮਤਲਬ ਇੱਕ ਦੀਵਾ ਨਹੀਂ ਜਗਿਆ ਸਾਰੇ ਪਿੰਡ 'ਚ ਇੰਨਾ ਜ਼ਿਆਦਾ ਇੰਨਾ ਮਤਲਬ ਕਹਿੰਦੇ ਵੀ ਘੁੱਪ ਹਨੇਰਾ ਦੀਵਾਲੀ ਦੀ ਰਾਤ ਜਿਹੜਾ ਘੁੱਪ ਹਨੇਰਾ ਹੈ ਉਹ ਕੱਲ ਮੂਸੇ ਪਿੰਡ ਦੇ ਵਿੱਚ ਵੀ ਦੇਖਿਆ ਔਰ ਉੱਥੇ ਵੀ ਬਲਕੌਰ ਸਿੰਘ ਨੇ ਕਿਹਾ ਵੀ ਹੁਣ ਮਤਲਬ ਹੈ ਵੀ ਪਿੰਡ ਭਾਈ ਸਾਨੂੰ ਇਹ ਅੰਦੋਲਨ ਕਰਨਾ ਪੈਣਾ ਹੈ ਨਹੀਂ ਸਰਦਾ ਹੁਣ ਅੰਦੋਲਨ ਤੋਂ ਬਗੈਰ ਇਨਸਾਫ ਮਿਲਦਾ ਨਹੀਂ ਆਪਣੇ ਆਪ ਦੇ ਵਿੱਚ ਮਤਲਬ ਜਿਹੜੀ ਦੀਵਾਲੀ ਠੀਕ ਹੈ ਜੀ ਇਸ ਨੂੰ ਚਾਨਣ ਦਾ ਪ੍ਰਤੀਕ ਕਹਿ ਦਿੰਦੇ ਹਾਂ ਰੌਸ਼ਨੀ ਦਾ ਹਾਂ ਅਸੀਂ ਕਹਿ ਦਿੰਦੇ ਹਾਂ ਵੀ ਬਦੀ ਦੇ ਉੱਤੇ ਨੇਕੀ ਦੀ ਜਿੱਤ ਤੋਂ ਬਾਅਦ ਰਾਮਚੰਦਰ ਜਿਹੜੇ ਹੈ ਜੀ ਉਹ ਆਏ ਸੀ ਆਪਣੇ ਘਰ ਆਏ ਸੀ ਉਹ ਤਾਂ ਅਯੁੱਧਿਆ ਦੇ ਮਹਾਰਾਜਾ ਸੀ ਸਾਡੇ ਗੁਰੂ ਸਾਹਿਬ ਬਾਰੇ ਵੀ ਕਿਹਾ ਜਾਂਦਾ ਵੈਸੇ ਆਪਾਂ ਦਿਨੇ ਵੀ ਗੱਲ ਕਰਦੇ ਸੀ ਵੀ ਇਸ ਗੱਲ ਨੂੰ ਲੈ ਕੇ ਵੀ ਮਤਭੇਦ ਹੈ ਵੀ ਉਹਨਾਂ ਦੀ ਕਦੋਂ ਰਿਹਾਈ ਹੋਈ ਸੀ ਗਵਾਲੀਅਰ ਦੇ ਕਿਲੇ ਚੋਂ ਲੇਕਿਨ ਚਲੋ ਮੰਨਿਆ ਜਾਂਦਾ ਕਿ ਜੀ ਬੰਦੀ ਛੋੜ ਹੈ ਉਹਨਾਂ ਨੇ 52 ਜਿਹੜੇ ਪਹਾੜੀ ਰਾਜੇ ਉਹਨਾਂ ਨੂੰ ਵੀ ਛੁਡਵਾਇਆ ਸੀ ਪਰ ਜਦੋਂ ਇਹ ਸਾਰਾ ਕੁਝ ਇਹ ਹੁੰਦਾ ਹੈ ਉਸ ਵੇਲੇ ਜਿਹੜੀਆਂ ਧੀਆਂ ਭੈਣਾਂ ਛੋਟੇ ਛੋਟੇ ਬੱਚਿਆਂ ਦੀਆਂ ਮਾਵਾਂ ਜਾਂ ਆਪਣੇ ਸਾਰੇ ਪਰਿਵਾਰਾਂ ਨੂੰ ਲੈ ਕੇ ਬੈਠ ਕੇ ਦੀਵਾਲੀ ਦੀਆਂ ਰਾਤਾਂ ਦੇ ਉੱਤੇ ਜੀ ਸੰਘਰਸ਼ ਦੇ ਅੰਦੋਲਨਾਂ ਜਿਹੜੇ ਅਖਾੜਿਆਂ ਦੇ ਵਿੱਚ ਉਹ ਮਗ ਰਹੀਆਂ ਤੇ ਉਧਰ ਜਿਹੜਾ ਹੈਗਾ ਉਹ ਉਸ ਪਰਿਵਾਰ ਦੀ ਵੀ ਆਪਾਂ ਨੂੰ ਹਾਲਤ ਦੇਖਦੇ ਹਾਂ ਜਿਹੜੇ ਕੱਲ ਤੁਸੀਂ ਦੇਖੋ ਜਿਸ ਬਰੰਪਟਨ ਦੇ ਵਿੱਚ ਕਿਸੇ ਵੇਲੇ ਪੜ੍ਹਿਆ ਸੀ ਜਾ ਕੇ ਸਿੱਧੂ ਮੂਸੇਵਾਲਾ ਉੱਥੇ ਵੀ ਕੱਲ ਉਹਦੀ ਯਾਦ ਨੂੰ ਤਾਜ਼ਾ ਕੀਤਾ ਗਿਆ ਜੀ ਉੱਥੇ ਮਤਲਬ ਪੌਦਾ ਲਾਇਆ ਛੋਟਾ ਜਿਹਾ ਉਹਦੀ ਯਾਦ ਵਾਸਤੇ ਅਸੀਂ ਮਤਲਬ ਉਹ ਕਰਦੇ ਹਾਂ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਵਾਪਰ ਰਿਹਾ ਹੈ ਪਤਾ ਨਹੀਂ ਕਿੰਨੇ ਕੀ ਕੁਝ ਹੋ ਰਿਹਾ ਕੀ ਬਣਨਾ ਕਿ ਕੀ ਕਿੱਥੇ ਕਿਹੜੇ ਪਾਸੇ ਇਹਨੂੰ ਤੱਕਿਆ ਜਾ ਰਿਹਾ ਪਰ ਗੱਲ ਇਹ ਭਾਵਨਾ ਬਣ ਰਹੀ ਹੈ ਦਾਨੇ ਵਾਲੇ ਸਾਹਿਬ ਮੈਂ ਇੱਕ ਹੁਣ ਵੀਡੀਓ ਦੇਖ ਰਿਹਾ ਸੀ ਇੱਕ ਬੱਚਾ ਜਿਹੜਾ ਹੈ ਨਾ ਨਿਊਲੀ ਵਿੱਚ ਕੱਲ ਪੈਦਾ ਹੋਇਆ ਪਰਸੋਂ ਪੈਦਾ ਹੋਇਆ ਕੱਲ ਉਸ ਬੱਚੇ ਨੂੰ ਲੈ ਕੇ ਉਹਦੀ ਇਹ ਮਾਂ ਬਾਪ ਜਿਹੜੇ ਹੈਗੇ ਪਹੁੰਚ ਕੇ ਜੀ ਮੂਸੇ ਪਿੰਡ ਅੱਛਾ ਕਹਿੰਦੇ ਜੀ ਸਾਡੇ ਇਹ ਮੂਸੇ ਵਾਲੇ ਦੇ ਨਾਲ ਸਾਡਾ ਤਾਂ ਸਾਰਾ ਪਰਿਵਾਰ ਦਾ ਜਿਹੜਾ ਸਨੇਹ ਤਾਂ ਸੀ ਤੇ ਜਦੋਂ ਉਹਦੀ ਕਹਿੰਦੇ ਵੀ ਬੇਵਕਤ ਮੌਤ ਹੋ ਗਈ ਮਾਤਾ ਉਹ ਜਿਹੜੀ ਹੈਗੀ ਉਹ ਲੜਕਾ ਜਿਹੜਾ ਸੀ ਉਹਦੀ ਵਾਈਫ ਜਿਹੜੀ ਪ੍ਰੈਗਨੈਂਟ ਸੀ ਤੇ ਕਹਿੰਦੇ ਅਸੀਂ ਉਹਦੀ ਫੈਸਲਾ ਕੀਤਾ ਸੀ ਵੀ
ਇਹਨੂੰ ਜੀ ਮੂਸੇਵਾਲੇ ਦੇ ਪਰਿਵਾਰ ਤੋਂ ਗੁੜਤੀ ਦਵਾਉਣੀ ਆ, ਉਹਦੀ ਮਾਤਾ ਤੋਂ ਗੁੜਤੀ ਦਵਾਉਣ ਵਾਸਤੇ ਇੱਕ ਦਿਨ ਦੇ ਬੱਚੇ ਨੂੰ ਕੱਲ ਚੁੱਕ ਕੇ ਲੈ ਕੇ ਆਏ। ਕਹਿੰਦੇ ਵੀ ਹੁਣ ਅਸੀਂ ਇਹਦਾ ਨਾਮਕਰਨ ਕਰਨਾ ਹੈ। ਨਾਮਕਰਨ ਕਹਿੰਦੇ ਕੀ ਕਰੀਏ? ਨਾਮਕਰਨ ਕਹਿੰਦੇ ਵੀ ਹੁਣ ਇਹਨੂੰ ਸ਼ੁਭਦੀਪ ਸਿੰਘ ਤਾਂ ਨਹੀਂ ਕਹਿ ਸਕਦੇ, ਪਰ ਕਹਿੰਦੇ ਵੀ ਸ਼ੁਭ ਦਾ ਨਾਮ ਦਿੱਤਾ, ਸ਼ੁਭ ਪ੍ਰਤਾਪ ਸਿੰਘ ਉਹਦਾ ਨਾਮ ਰੱਖਿਆ। ਇਹ ਹੁਣ ਤੁਸੀਂ ਇਹ ਦੇਖੋ ਕਿ ਕਿੰਨੇ ਮਹੀਨੇ ਹੋ ਗਏ ਉਹਨੂੰ ਸਾਥੋਂ ਵਿਛੜੇ ਨੂੰ। ਬਿਲਕੁਲ ਇਹਦੇ ਬਾਵਜੂਦ ਵੀ ਹਾਲਾਂਕਿ ਠੰਡਾ ਨਹੀਂ ਪੈ ਰਿਹਾ, ਹਰ ਰੋਜ਼ ਠੰਡਾ ਨਹੀਂ ਪੈ ਰਿਹਾ, ਹਾਲਾਂਕਿ ਜਿਸ ਬੰਦੇ ਨੂੰ ਲੋਕਾਂ ਨੇ ਇਲੈਕਸ਼ਨ ਦੇ ਵਿੱਚ ਹਰਾਤਾ, ਬਿਲਕੁਲ ਬੁਰੀ ਤਰ੍ਹਾਂ ਇਲੈਕਸ਼ਨ ਦੇ ਵਿੱਚ ਬੁਰੀ ਤਰ੍ਹਾਂ ਹਾਰ ਗਿਆ, ਲੇਕਿਨ ਭਾਵਨਾਵਾਂ ਦੇ ਬਹਿਣ ਦੇ ਵਿੱਚ ਉਹ ਬੰਦਾ ਜਿਉਂਦਾ ਜੀ। ਮਾਲਵਾ ਟਰੱਕ ਲਾਈਨ ਐਂਡ ਟ੍ਰੇਲਰ ਰਿਪੇਅਰ ਸਰਵਿਸ ਜੀ, ਇੱਥੇ ਤੁਸੀਂ ਹਰ ਮੇਕ ਦੇ ਰੀਫਰ ਦੀ ਰਿਪੇਅਰ ਕਰਵਾ ਸਕਦੇ ਹੋ। ਬੜੇ ਸਪੈਸ਼ਲਾਈਜ਼ ਨੇ। ਇਸ ਤੋਂ ਇਲਾਵਾ ਸੈਮੀ ਤੇ ਟ੍ਰੇਲਰ ਤੇ ਸਾਰੇ ਕੰਮ ਕੀਤੇ ਜਾਂਦੇ ਨੇ, DOT ਸੇਫਟੀ, ਡੈਫ ਕਲੀਨਿੰਗ, ਆਇਲ ਚੇਂਜ। ਲੋਕੇਸ਼ਨ ਹੈ ਜੀ 10224 ਰੈਜ਼ੀਡੈਂਸੀ ਰੋਡ ਮਨਾਸਸ, ਹਾਈਵੇ 66 ਐਗਜ਼ਿਟ 43 ਦੇ ਬਿਲਕੁਲ ਨਾਲ ਹੈ। ਤੁਸੀਂ ਬੁਕਿੰਗ ਕਰਵਾ ਸਕਦੇ ਹੋ, ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ 8043728800 ਤੇ। ਪੰਜਾਬ ਟਰੱਕ ਐਂਡ ਟ੍ਰੇਲਰ ਰਿਪੇਅਰ, ਇਹਨਾਂ ਦਾ ਇੱਕੋ ਇੱਕ ਨਿਸ਼ਾਨਾ ਗਰੰਟਡ ਗ੍ਰੇਟ ਐਂਡ ਕੁਇਕ ਸਰਵਿਸ। ਤੁਸੀਂ ਤਮਾਮ ਮਕੈਨੀਕਲ ਕੰਮਾਂ ਦੇ ਲਈ ਆਇਲ ਚੇਂਜ, AC ਵਰਕ ਜਾਂ ਹੋਰ ਕੋਈ ਵੀ ਕੰਮ ਕਰਾਉਣਾ ਤਾਂ ਤੁਸੀਂ 31797979205 ਜਾਂ 661-204-5818 ਦੇ ਉੱਤੇ ਕਾਲ ਕਰਕੇ ਤੁਸੀਂ ਅਪਾਇੰਟਮੈਂਟ ਬਣਾ ਸਕਦੇ ਹੋ। ਹਰ ਪ੍ਰਕਾਰ ਦੇ ਟੈਕਸਿਸ ਦੇ ਲਈ ਜਾਂ ਬਿਜ਼ਨਸ ਟੈਕਸਿਸ ਜਾਂ ਅਕਾਊਂਟਸ ਮੇਨਟੇਨ ਕਰਨੇ ਤਾਂ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਲ ਤੇ ਲੋਕਪਾਲ ਸਿੰਘ ਸੋਲ ਹੋਰਾਂ ਦੇ ਨਾਲ 2535208886 ਦੇ ਉੱਤੇ ਕਾਲ ਕਰ ਸਕਦੇ ਹੋ। ਲੋਕੇਸ਼ਨ ਹੈ ਜੀ 24915 ਐਵੀਨਿਊ, ਕੈਂਟ, ਵਾਸ਼ਿੰਗਟਨ ਦੇ ਵਿੱਚ। ਤੇ ਹੁਣ ਢਿੱਲੋਂ ਸਾਹਿਬ ਆਪਾਂ ਗੱਲ ਕਰੀਏ ਦੀਪਕ ਟੀਨੂ ਦੀ। ਕਹਿੰਦੇ ਦੀ AK-47 ਸੀ ਜਿਹੜੀ, ਫੜ ਤਾਂ ਲਿਆ ਦਿੱਲੀ ਪੁਲਿਸ ਨੇ, ਤੇ ਹੁਣ ਕਹਿੰਦੇ ਬਾਣੀ ਵੀ ਪਾਈ ਫਿਰਦੀ ਇਹਨੂੰ AK-47 ਦਿੱਲੀ ਪੁਲਿਸ ਨੂੰ। ਬਿਲਕੁਲ ਦਾਨੇਰੀਆ ਸਾਹਿਬ ਜਿਹੜੀ ਹੁਣ ਜਦੋਂ ਤੁਹਾਨੂੰ ਪਤਾ 18 ਦਿਨਾਂ ਬਾਅਦ ਫੜਿਆ ਗਿਆ ਸੀ ਦੀਪਕ ਟੀਨੂ, ਤੇ ਜੇ ਉਹਨੂੰ ਆਪਾਂ ਕਹਿੰਦੇ ਭੱਜ ਗਿਆ ਸੀ, ਅਸਲ 'ਚ ਭੱਜਿਆ ਨਹੀਂ ਸੀ, ਉਹਨੂੰ ਭਜਾਇਆ ਗਿਆ ਸੀ। ਭਜਾਇਆ ਆਪਾਂ ਇਹ ਤਾਂ ਨਹੀਂ ਕਹਿੰਦੇ ਵੀ ਸਿਸਟਮ ਨੇ, ਸਰਕਾਰ ਨੇ ਭਜਾਇਆ, ਨਾ ਸਰਕਾਰ ਨੇ ਭਜਾਇਆ ਤੇ ਨਾ ਹੀ ਵੱਡੇ ਅਫਸਰਾਂ ਨੇ ਭਜਾਇਆ। ਲੇਕਿਨ ਜਿਸ ਬੰਦੇ ਦੀ ਹਿਰਾਸਤ ਦੇ ਵਿੱਚ ਸੀ CIA ਦਾ ਇੰਚਾਰਜ ਪ੍ਰਿਤਪਾਲ ਸਿੰਘ, ਉਹਦੇ ਕੋਲੋਂ ਭੱਜਿਆ। ਜੇ ਉਹਨੂੰ ਉਹ ਅੱਜ ਤੱਕ ਤਾਂ ਹੁਣ ਤੁਸੀਂ ਦੇਖੋ ਵੀ ਜਿਹੜੇ ਸੰਘਰਸ਼ੀਲ ਬੰਦੇ ਹੈ ਉਹ ਜਦੋਂ ਸਰਕਾਰ ਤੇ ਅਟੈਕ ਕਰਦੇ ਉਹ ਕਹਿੰਦੇ ਕਿਹੋ ਜੀ ਸਰਕਾਰ। ਕਹਿੰਦੇ ਵੀ ਕਦੇ ਤੁਸੀਂ ਇਹ ਦੇਖਿਆ ਕਿ ਬੰਦੀਆਂ ਨੂੰ ਜਿਹੜੇ ਅੰਡਰ ਰਿਮਾਂਡ ਹੋਣ ਜੀ, ਉਹਨਾਂ ਨੂੰ ਉਹਨਾਂ ਦੀਆਂ ਸਹੇਲੀਆਂ ਵੀ ਮਿਲਵਾਈਆਂ ਜਾਣ ਜਦ ਤੁਸੀਂ ਕੋਈ ਸਵਾਲ ਚੁੱਕਦੇ ਸੀ। ਹਾਂ ਠੀਕ ਹੈ ਨਾ। ਇਸ ਕਰਕੇ ਮਤਲਬ ਭੱਜਿਆ ਨਹੀਂ, ਤੈਨੂੰ ਭਜਾਤਾ ਸੀ। ਲਓ ਜੀ ਅਸੀਂ ਭਜਾਤਾ, ਦਿੱਲੀ ਵਾਲਿਆਂ ਨੇ ਮੁਸ਼ੱਕਤ ਕਰਕੇ ਫੜ ਲਿਆ ਜੀ। ਤੇ ਜਦੋਂ ਦਿੱਲੀ ਵਾਲਿਆਂ ਨੇ ਫੜ ਲਿਆ ਸੀ, ਬਿਆਨ ਸਾਡੇ ਵਾਲੇ ਪਾਸਿਓਂ ਵੀ ਆ ਗਿਆ ਸੀ ਜੀ। ਕਹਿੰਦੇ ਜੀ ਫੜ ਤਾਂ ਦਿੱਲੀ ਵਾਲੇ ਨੇ ਲਿਆ, ਪਹੁੰਚਤਾ ਅਸੀਂ ਵੀ ਗਏ ਸੀ ਉੱਥੇ। ਬਸ ਇਤਫਾਕ ਇਹ ਹੈ ਕਿ ਜੱਫਾ ਉਹਨਾਂ ਨੇ ਪਾ ਲਿਆ ਤੇ ਉਹ ਲੈ ਗਏ। ਉਹਨਾਂ ਨੇ ਹੁਣ ਕੀਤੀ ਹੈ ਪੁੱਛਗਿੱਛ, ਤੇ ਜਿਹੜੀ ਪੁੱਛਗਿੱਛ ਕੀਤੀ ਹੈ ਉਹ ਵੀ ਰੌਂਗਟੇ ਖੜੇ ਕਰਨ ਵਾਲੀ ਹੈ। ਕਹਿੰਦੇ ਵੀ ਜਿਸ ਵੇਲੇ ਬੰਦਾ ਉਹ ਜੇਲ੍ਹ ਦੇ ਵਿੱਚ ਸੀ ਜੀ ਜਾਂ ਕਸਟਡੀ ਦੇ ਵਿੱਚ ਸੀ, ਭੱਜਣ ਤੋਂ ਪਹਿਲਾਂ ਉਸ ਬੰਦੇ ਨੇ ਕੋਈ ਜੈਕ ਹੈ ਜਿਹੜਾ ਉਹਨਾਂ ਦੇ ਗੈਂਗ ਨਾਲ ਸੰਬੰਧਿਤ ਹੈ ਤੇ ਵਿਦੇਸ਼ ਦੇ ਵਿੱਚ ਸੈਟਲ ਹੈ ਜੀ। ਉਹਨੂੰ ਕਹਿੰਦੇ ਨੇ ਫੋਨ ਕਾਲ ਕੀਤੀ ਵੀ ਮੈਂ ਹੁਣ ਫਰਾਰ ਹੋਣਾ। ਅੱਛਾ, ਪਹਿਲਾਂ ਹੀ ਕਰਤਾ। ਹਾਂ ਤੇ ਮੈਨੂੰ ਭਾਈ ਤੂੰ ਮੰਗਵਾ ਕੇ ਦੇ ਬਹੁਤ ਵਧੀਆ ਪਿਸਟਲ, ਜਿਹੜਾ ਪੂਰਾ ਸ਼ਾਨਦਾਰ ਮੇਰਾ ਕੰਮ, ਤੇ ਮੈਨੂੰ ਪੁਲਿਸ ਦੇ ਨਾਲ ਸ਼ਾਇਦ ਮੁਕਾਬਲਾ ਵੀ ਕਰਨਾ ਪੈ ਸਕਦਾ ਹੈ, ਤੇ ਪਿਸਟਲ ਦੇ ਨਾਲ ਮਤਲਬ ਮੈਂ ਮੁਕਾਬਲਾ ਕਰ ਸਕਦਾ। ਉਹਨਾਂ ਨੇ ਟਰਾਈ ਕੀਤੀ ਹੋਣੀ ਹੈ। ਕਹਿੰਦੇ ਗੱਲ ਬਣੀ ਨਹੀਂ। ਫਿਰ ਗੋਲਡੀ ਬਰਾੜ ਨਾਲ ਵੀ ਗੱਲ ਕੀਤੀ, ਫਿਰ ਕੁਝ ਹੋਰ ਬੰਦੇ ਜਿਹੜੇ ਪਾਕਿਸਤਾਨ ਦੇ ਵਿੱਚ ਬੈਠੇ ਹੈ, ਰਿੰਦਾ ਹੋਇਆ ਇੱਕ ਮੁੰਡਾ ਉਹ ਲੰਡਾ ਹੈ ਕੋਈ, ਉਹਨਾਂ ਨਾਲ ਵੀ ਸਾਰਿਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਕਹਿੰਦੇ ਵੀ ਜੀ ਅਖੀਰ ਕਹਿੰਦੇ ਪ੍ਰਬੰਧ ਬਣ ਗਿਆ ਵੀ ਚਲੋ ਠੀਕ ਹੈ, ਭੇਜੋ ਵੈਪਨ ਭੇਜੋ। ਅੱਛਾ ਜੀ। ਮੰਗਿਆ ਸੀ ਪਿਸਤੌਲ। ਆਪਾਂ ਪਹਿਲਾਂ ਛੋਟੇ ਹੁੰਦੇ ਹੱਸਦੇ ਹੁੰਦੇ ਸੀ ਬਈ ਜੇ ਕਿਸੇ ਨੇ ਬੰਦੂਕ ਦਾ ਲਾਇਸੈਂਸ ਬਣਾਉਣਾ ਹੋਵੇ ਤੇ ਵੋਟਾਂ ਵਾਲੇ ਪਿੰਡ 'ਚ ਵੋਟਾਂ ਲੈਣ ਵਾਸਤੇ ਆ ਜਾਣ ਤੇ ਉਹਨੂੰ ਕਹਿੰਦੇ ਮੈਨੂੰ ਤੋਪ ਦਾ ਲਾਇਸੈਂਸ ਬਣਾ ਦਿਓ। ਹਾਂਜੀ, ਤੋਪ ਦਾ ਲਾਇਸੈਂਸ ਮੰਗੋਗੇ, ਬੰਦੂਕ ਦਾ ਤਾਂ ਮਿਲ ਹੀ ਜਾਊਗਾ। ਉਹ ਉਹਨਾਂ ਨੇ ਮੰਗਿਆ ਸੀ ਪਿਸਤੌਲ, ਉਹ ਕਹਿੰਦੇ ਯਾਰ ਅਸਾਲਟ ਹੀ ਭੇਜ ਦਿੰਦੇ। ਤੇ ਉਹਨਾਂ ਨੇ AK-47 ਜਿਹੜੀ ਹੈ ਜੀ ਉਹ ਭੇਜਤੀ, ਔਰ ਭੇਜੀ ਵੀ ਦਾਨੇ ਵਾਲੀ ਸਾਹਿਬ ਜਿਹਨੂੰ ਮਜ਼ਾਕ ਕਰਦੀ ਹੁੰਦੀ ਸੀ ਸਾਡੀ ਸਰਕਾਰ। ਜਦੋਂ ਕੈਪਟਨ ਦੇ ਜ਼ਮਾਨੇ ਦੇ ਵਿੱਚ ਇਨਪੁਟਸ ਆਉਂਦੀਆਂ ਹੁੰਦੀਆਂ ਸੀ, ਦਿਨਕਰ ਗੁਪਤਾ ਇਹ ਗੱਲ ਕਹਿੰਦੇ ਹੁੰਦੇ ਸੀਗੇ ਕਿ ਜੀ ਵਿਦੇਸ਼ਾਂ ਦੇ ਵਿੱਚੋਂ ਆ ਰਹੇ ਹੈ ਅਸਲਾ ਥੋੜਾ ਜਿਹੜੇ ਹੈਗੇ ਡਰੋਨਾਂ ਦੇ ਰਾਹੀਂ, ਤੇ ਉਦੋਂ ਕਹਿੰਦੇ ਹੁੰਦੇ ਲੈ ਐ ਡਰੋਨਾਂ ਰਾਹੀਂ ਕਿਵੇਂ ਆਣਗੇ, ਉੱਥੇ ਫੌਜ ਲੱਗੀ ਆ, ਉੱਥੇ BSF ਲੱਗੀ ਵੀ ਹੈ, ਸਿੱਟਦੇ ਵੀ ਹੈ ਫੌਜ ਵਾਲੇ, BSF ਵਾਲੇ ਸਿੱਟਦੇ ਵੀ ਹੈ, ਪਰ ਉਹਦੇ ਬਾਵਜੂਦ ਆਈ ਜਾਂਦੇ ਤਾਂ ਪੁਲਿਸ ਵੀ ਮੰਨੀ ਜਾਂਦੀ, ਦਿੱਲੀ ਦੀ ਪੁਲਿਸ ਮੰਨ ਰਹੀ ਹੈ। ਔਰ ਉਹ ਪੁਲਿਸ ਜਿਹੜੀ ਪੁਲਿਸ ਦਾ ਰਿਕਾਰਡ ਹੈ ਕਿ ਉਹਦਾ ਇਸ ਫਰੰਟ ਦੇ ਉੱਤੇ ਬੜਾ ਕੰਮ ਹੈ।
ਪੰਜਾਬ ਦਾ ਜੇ ਮੂਸੇ ਵਾਲੇ ਦੇ ਕੇਸ ਨੂੰ ਆਪਾਂ ਕਹੀਏ ਜ਼ਿਆਦਾਤਰ ਜਿਹੜੇ ਹੈਗੇ ਜਿਹੜੇ ਡਾਇਰੈਕਟ ਇਨਵੋਲਵ ਸੀਗੇ ਉਹਨਾਂ ਬੰਦਿਆਂ ਨੂੰ ਤਾਂ ਉਹਨਾਂ ਨੇ ਫੜਿਆ। ਜੀ ਜੀ। ਦੀਪਕ ਟੀਨੂ ਨੂੰ ਵੀ ਹੁਣ ਉਹਨਾਂ ਨੇ ਫੜ ਲਿਆ। ਉਹ ਕਹਿੰਦੇ ਜੀ ਪੁੱਛਗਿੱਛ ਦੇ ਵਿੱਚੋਂ ਮੰਨ ਗਿਆ ਤੇ ਉਹਨੇ ਆ ਸਾਰੀ ਗੱਲ ਜਿਹੜੀ ਮੈਂ ਕੀਤੀ ਹੈ ਤੇ ਉਹਨੇ ਦੱਸਤੀ, ਕਹਿੰਦੇ ਜੀ ਮੈਂ ਤਾਂ ਐਂ ਕਰਕੇ ਤੇ ਆ ਕੀਤਾ ਸੀ। ਹੁਣ ਉਹ ਹੈ ਕਿੱਥੇ ਵੈਪਨ ਉਹ ਕਿਹਦੇ ਕੋਲੇ ਹੈ? ਕਿਉਂਕਿ ਆਮ ਤੌਰ ਦੇ ਉੱਤੇ ਜਿਹੜੇ ਗੈਂਗਸਟਰ ਹੈ ਜਾਂ ਜਿਹੜੇ ਖਾੜਕੂ ਲਹਿਰਾਂ ਦੇ ਵਿੱਚ ਲੋਕ ਜੁੜਦੇ ਹਨ ਉਹਨਾਂ ਦਾ ਸਿਸਟਮ ਜਿਹੜਾ ਬੜਾ ਜਿਹਨੂੰ ਆਪਾਂ ਫੁੱਲ ਪ੍ਰੂਫ ਕਹਿ ਦਈਏ ਉਹ ਹੁੰਦਾ ਉਹ ਇਹ ਨਹੀਂਗਾ ਵੀ ਜਿਹੜੀ ਚੀਜ਼ ਤੁਹਾਨੂੰ ਚੀਜ਼ ਫੜਾਤੀ ਤੇ ਉਹਦਾ ਮੈਨੂੰ ਵੀ ਪਤਾ ਹੈ। ਤੇ ਜੇ ਤੁਹਾਨੂੰ ਜਿਹੜੀ ਚੀਜ਼ ਹੈ ਤੁਹਾਨੂੰ ਹੀ ਪਤਾ ਨਾ ਤੁਹਾਨੂੰ ਪਤਾ ਤੇ ਜਿੱਥੇ ਐਕਸ਼ਨ ਹੋਣਾ ਐਕਸ਼ਨ ਕਿਹੜੀ ਜਗ੍ਹਾ ਤੇ ਉਹਨਾਂ ਉਸ ਜਗ੍ਹਾ ਤੇ ਪਹੁੰਚ ਜਾਣਾ, ਉੱਥੇ ਬੰਦੇ ਨੇ ਅੱਗੋਂ ਮਤਲਬ ਸਿਗਨਲ ਦੇਣੇ, ਕੋਡ ਦੇਣੇ। ਇਹ ਉਹਨੂੰ ਪਤਾ ਵੀ ਉਹਨੂੰ ਕੀ ਕੋਡ ਮਿਲਣਾ। ਜਦੋਂ ਸਿਗਨਲ ਮਿਲ ਗਿਆ ਉਹਨੇ ਵੈਪਨ ਉੱਤੇ ਦੇਣਾ ਤਾਂ ਮੁੜ ਕੇ ਪਛਾਣ ਹੀ ਝਾਕਣਾ। ਉਹਨਾਂ ਬੰਦੇ ਨੇ ਵੈਪਨ ਇਸਤੇਮਾਲ ਕਰਨੇ। ਉਹ ਤੋਂ ਬਾਅਦ ਵੈਪਨ ਗਿਆ ਕਿੱਥੇ? ਉੱਥੇ ਨਾਲ ਦੀ ਨਾਲ ਹੀ ਟੇਕ ਓਵਰ ਕਰਨ ਵਾਲੇ ਹੋਰ ਹੁੰਦੇ ਵੀ ਉਹ ਲੈ ਕੇ ਚਲੇ ਜਾਂਦੇ। ਤੇ ਤੁਸੀਂ ਇਹ ਦੇਖੋ ਆਪਾਂ ਖਾੜਕੂਬਾਦ ਦਾ ਦੌਰ ਪੰਜਾਬ 'ਚ ਵੀ ਦੇਖਿਆ ਕਿ ਮਤਲਬ ਹੱਡੀਆਂ ਤੋੜ ਦਿੰਦੇ ਸੀ ਪੁਲਿਸ ਵਾਲੇ, ਕੁਤਰੇ ਕਰਨ ਵਾਲੀ ਗੱਲ ਹੁੰਦੀ ਸੀ। ਲੇਕਿਨ ਜਿਹੜੇ ਅਸਲ ਬੰਦੇ ਹੁੰਦੇ ਸੀ ਜਿਹੜਾ ਕੋਲੋਂ ਫੜਿਆ ਗਿਆ ਬਾਕੀ ਤਾਂ ਰਿਕਵਰੀ ਨਹੀਂ ਕਰੋ। ਠੀਕ ਹੈ। ਇਸ ਕਰਕੇ ਹੁਣ ਇਹੀ ਕਮਿਟਮੈਂਟ ਜਿਹੜੀ ਆਪਾਂ ਦੇਖੀਏ ਤੇ ਇਹਨਾਂ ਦੀ ਹੈ। ਦਿੱਲੀ ਦੀ ਪੁਲਿਸ ਜਿਹੜੀ ਹੈ ਮੁਸੀਬਤ ਪਈ ਹੋਈ ਹੈ। ਕਹਿੰਦੇ ਜੀ ਰੇਡਾਂ ਰਾਜਸਥਾਨ 'ਚ ਵੀ ਹੋਈਆਂ। ਪੰਜਾਬ ਦੀ ਪੁਲਿਸ ਨੂੰ ਵੀ ਉਹਨਾਂ ਨੇ ਕਿਹਾ ਭਾਈ ਤੁਸੀਂ ਵੀ ਦੇਖੋ ਜੋ ਇਨਪੁਟਸ ਮਿਲਦੀਆਂ। ਅਜੇ ਤੱਕ ਕੁਛ ਉਹਨਾਂ ਦੇ ਹੱਥ ਨਹੀਂ ਲੱਗਿਆ। ਅੱਛਾ, ਨਹੀਂ ਲੱਗਾ ਅਜੇ ਤੱਕ ਹੱਥ ਨਹੀਂ ਲੱਗਾ ਤੇ ਗੱਲ ਬੜੀ ਖਤਰਨਾਕ ਹੈ ਕਿਉਂਕਿ ਆਫ ਦੀ ਏਅਰ ਵੀ ਆਪਾਂ ਗੱਲਾਂ ਕਰ ਰਹੇ ਸੀ ਕਿ ਜੇ ਇੰਟਰਨੈਸ਼ਨਲ ਕਨੈਕਸ਼ਨ ਬਣ ਗਏ ਤਾਂ ਫਿਰ ਗੱਲ ਕਿੱਥੇ? ਆਪਾਂ ਪੰਜਾਬ ਦਾ ਮਾੜਾ ਦੌਰ ਦੇਖਿਆ। ਪੰਜਾਬ ਦੇ ਮਾੜੇ ਦੌਰ ਦੇ ਵਿੱਚ ਤੁਸੀਂ ਵਿਦੇਸ਼ ਦੇ ਵਿੱਚ ਗੱਲ ਕਰਨੀ ਹੋਵੇ ਤਾਂ ਉਦੋਂ ਕਿਤੇ ਕੋਈ ਕਹਿੰਦੇ ਹੁੰਦੇ ਸੀਗੇ ਵੀ ਵਾਇਰਲੈਸ ਤੇ ਪਤਾ ਨਹੀਂ ਕਾਸ ਤੇ ਹੋਊ। ਹਾਂ, ਜਾਂ ਜੇ ਤੁਸੀਂ ਆਪਣਾ ਕਨੈਕਸ਼ਨ ਜੋੜਨਾ ਹੁੰਦਾ ਸੀ ਤੇ ਉਦੋਂ ਆਪਣਾ ਇਹ ਕਹਿੰਦੇ ਸੀ ਬਾਕੀ ਟਾਕੀ ਜਿਹੜੀ ਹੈਗੀ ਹੈ ਆਪਸ ਵਿੱਚ ਬਾਕੀ ਟਾਕੀ ਨਾਲ ਗੱਲ ਕਰ ਲੈਂਦੇ ਸੀ। ਜਿਹੜੀ ਹੁਣ ਅੱਜ ਦੇ ਜ਼ਮਾਨੇ ਦੇ ਵਿੱਚ ਕਿੰਨੀਆਂ ਐਪਾਂ ਪਤਾ ਹੀ ਕੁਛ ਨਹੀਂ, ਕਿੰਨੀਆਂ ਲੱਭਦੇ ਦੂਜੀ ਤਿਆਰ ਇੱਕ ਲੱਭਦੇ ਇੱਕ ਤੋਂ ਇਹਨੂੰ ਥੋੜਾ ਰੋਕ ਪਾਉਂਦੇ ਹੈ ਤੇ ਨਵੇਂ ਥਾਂ ਤੋਂ ਗੱਲਬਾਤ ਆ ਜਾਂਦੀ ਹੈ। ਜੇ ਜੇਲ੍ਹਾਂ ਦੇ ਵਿੱਚੋਂ ਗੱਲ ਆਉਂਦੀ ਹੈ ਹੁਣ ਆ ਜਿਹੜੀ NIA ਵਾਲਿਆਂ ਨੇ ਛਾਪੇ ਮਾਰੇ, ਇੱਕ ਉਹ ਕੁੜੀ ਸ਼ਰਮਾ ਹੈ ਚੰਡੀਗੜ੍ਹ ਤੋਂ ਜਿਹਦੇ ਘਰੇ ਛਾਪਾ ਮਾਰਿਆ ਸੀ। ਉਹ ਕਹਿੰਦੀ ਉਹਨੂੰ ਪੁੱਛਿਆ ਜਰਨਲਿਸਟ ਨੇ ਵੀ ਤੁਸੀਂ ਅੱਤਵਾਦੀ ਤੁਹਾਨੂੰ ਕਿਉਂ ਕਰਦੇ? NIA ਵਾਲੇ ਪੁੱਛਦੇ ਵੀ ਤੁਹਾਨੂੰ ਕਿਉਂ ਵਕੀਲ ਕਰਦੇ? ਉਹ ਕਹਿੰਦੀ ਜੀ ਮੈਂ ਕੰਮ ਕਰਦੀ ਹਾਂ, ਮੈਂ ਆਪਣੀ ਮਿਹਨਤ ਕਰਦੀ ਹਾਂ, ਮੈਂ ਤਿਆਰੀ ਕਰਦੀ ਹਾਂ, ਮੈਂ ਛਡਵਾਉਣੀ ਆ ਤੇ ਜਿੱਥੇ ਬੰਦਾ ਛਡਵਾਊਗਾ ਉਸੇ ਕੋਲ ਜਾਊਗੀ। ਉਹ ਇੱਕ ਮੁੰਡਾ ਰੋਮੀ ਹੈ ਇਧਰੋਂ ਸਾਡੇ ਹਲਕੇ ਚੋਂ, ਉਹ ਹਾਂਗਕਾਂਗ ਹੈ ਜੀ ਤੇ ਹਾਂਗਕਾਂਗ ਦੇ ਵਿੱਚ ਉਹਨੂੰ ਵਾਪਸ ਲਿਆਉਣ ਵਾਸਤੇ ਸਾਡੀ ਜਿਹੜੀ ਹੈਗੀ ਸਰਕਾਰ ਜਦੋਜਹਿਦ ਕਰ ਰਹੀ ਹੈ। ਉਹ ਕਹਿੰਦੀ ਕੁੜੀ ਕਹਿੰਦੀ ਮੈਂ ਤਾਂ ਉੱਥੇ ਵੀ ਜਾ ਕੇ ਆਈ ਉਹਦੀ ਪੇਸ਼ੀ ਸੀ ਜੀ। ਫਿਰ ਉਹਨੂੰ ਕਿਹਾ ਵੀ ਤੂੰ ਕੀ? ਉਹ ਕਹਿੰਦੀ ਹੁਣ ਮੇਰਾ ਕੇਸ ਮੈਂ ਤਿਆਰੇ ਕਰ ਰਹੀ ਹਾਂ। ਉਹਨੇ ਬਹੁਤ ਵੱਡੀ ਗੱਲ ਕਹੀ ਵੀ ਜੇ ਇਹ ਜੱਗੂ ਭਗਵਾਨਪੁਰੀਆ ਜੀ ਤੇ ਲਾਰੈਂਸ ਬਿਸ਼ਨੋਈ ਇਕੱਠੇ ਤਾਂ ਕਦੇ ਵੀ ਨਹੀਂ ਰਹੇ ਜੇਲ੍ਹ 'ਚ। ਇਹ ਤਾਂ ਅਲੱਗ-ਅਲੱਗ ਜੇਲ੍ਹਾਂ 'ਚ ਹੈ। ਇਹਨਾਂ ਦਾ ਤਾਲਮੇਲ ਫਿਰ ਕਿਵੇਂ ਹੁੰਦਾ ਸੀ ਆਪਸ ਵਿੱਚ? ਜੀ ਟੈਲੀਫੋਨ ਜਰੀਏ। ਉਹ ਕਹਿੰਦੇ ਵੀ ਚਲੋ ਮੁਲਜ਼ਮ ਹੈ, ਮੁਲਜ਼ਮਾਂ ਨੇ ਤਾਂ ਚਲੋ ਟੈਲੀਫੋਨ ਜਰੀਏ ਉਹਨਾਂ ਨੇ ਤਾਂ ਕੋਈ ਨਾ ਕੋਈ ਚੀਜ਼ ਕੱਢਣੀ ਹੈ ਤੇ ਜਿਨ੍ਹਾਂ ਦੀ ਕਸਟਡੀ ਦੇ ਵਿੱਚ ਹੈ ਕੀ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਹੈ? ਇਹ ਤਾਂ ਸਟੇਟ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਇਹ ਫਿਰ ਟੈਲੀਫੋਨ ਗਏ ਅੰਦਰ ਕਿਵੇਂ? ਉਹਨਾਂ ਦਾ ਮਨਾਹੀ ਹੈ। ਹੁਣ ਜੇ ਇਹੋ ਜਿਹੇ ਪੁਆਇੰਟ ਆਉਣਗੇ ਤੇ ਕੱਲ ਨੂੰ ਇਹੀ ਚੀਜ਼ ਤਾਂ ਬਲਕੌਰ ਸਿੰਘ ਹੋਣੀ ਕਹਿ ਰਹੇ। ਜੀ ਬਲਕੌਰ ਸਿੰਘ ਹੁਣੀ ਇਹੀ ਗੱਲ ਕਹਿ ਰਹੇ ਆ ਕਿ ਇਹਨਾਂ ਨੂੰ ਨਾ ਜਿਹੜੇ ਅੱਜ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਦੋਸ਼ੀ ਇਹ ਨਹੀਂ, ਦੋਸ਼ੀ ਤਾਂ ਚਿੱਟ ਕਪੜੀਏ ਮਗਰ ਹੋਰ ਹੈ ਜੀ। ਉਹਨਾਂ ਦੀ ਤਲਾਸ਼ ਕਰੋ ਵੀ ਉਹ ਬੰਦੇ ਕੌਣ ਹੈ ਜੀ। ਢਿੱਲੋਂ ਸਾਹਿਬ ਜਿਹੜੇ ਪ੍ਰਾਈਮ ਮਿਨਿਸਟਰ ਨੇ ਨਵੇਂ ਰਿਸ਼ੀ ਸੌਂਕ ਇੰਗਲੈਂਡ ਦੇ, ਹਾਂਜੀ, ਉਹਨਾਂ ਨੇ ਆਪਦੀ ਪਹਿਲੀ ਜਿਹੜੀ ਹੈ ਸਪੀਚ ਕਹੀ ਹੈ ਜੀ ਲਾਈਵ ਟੈਲੀਕਾਸਟ ਜਿਹੜੀ ਉਹਨੇ ਕਿਹਾ ਕਿ ਮੈਂ ਆਈ ਵਿਲ ਯੂਨਾਈਟ ਕੰਟਰੀ ਵਿਦ ਐਕਸ਼ਨਸ ਜੀ। ਮੈਂ ਕਹਿੰਦਾ ਅਮਲਾਂ ਨਾਲ ਕਰੂੰ ਨਵੇੜੇ ਕਰੂੰਗਾ। ਹਾਂ, ਸੋ ਇਹ ਚੀਜ਼ ਹੈ ਜੀ। ਤੇ ਹੁਣ ਆਪਾਂ ਗੱਲ ਕਰ ਲਈਏ ਜੀ ਸਾਡੇ ਸਿਹਤ ਮੰਤਰੀ ਜੀ ਦਾ। ਆਪਣਾ ਸ਼ਹਿਰ ਹੀ ਬਿਮਾਰ ਹੈ। ਦੇਖੋ ਸਿਹਤ ਮੰਤਰੀ ਸਾਹਿਬ ਬੜੇ ਸੁਰਖੀਆਂ ਲੁੱਟ ਚੁੱਕੇ ਤੇ ਮੇਰਾ ਖਿਆਲ ਹੈ ਵੀ ਸਰਕਾਰ ਬਣੀ ਨੂੰ ਥੋੜਾ ਸਮਾਂ ਹੀ ਹੋਇਆ ਸੀ ਤੇ ਦੌਰਾ ਰੱਖ ਲਿਆ ਸੀ ਉਹਨਾਂ ਨੇ ਜੀ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਫਰੀਦਕੋਟ ਪਹੁੰਚ ਗਏ ਜੀ। ਉੱਥੇ ਨਾਲ ਲੈ ਲਿਆ ਲਾਮ ਲਸ਼ਕਰ, ਨਵੇਂ ਇਨਕਲਾਬੀ ਵੀ ਨਾਲ ਸੀ ਸਾਰੇ। ਜਦੋਂ ਕਹਿੰਦੇ ਉਹ ਗਏ ਉੱਥੇ ਜਾ ਕੇ ਤੇ ਉਹਨਾਂ ਨੂੰ ਇੱਕ ਪਾਰਟੀਕੂਲਰ ਦਿੱਤਾ ਗਿਆ ਸੀ ਪਹਿਲਾਂ ਨਿਸ਼ਾਨਾ ਕਿ ਜੀ ਫਲਾਣੇ ਨਿਸ਼ਾਨੇ ਤੇ ਜਾ ਕੇ ਕਮਰਾ ਖਲਵਾ ਲਿਓ ਜੀ। ਦੇਖੋ ਤੇ ਉੱਥੇ ਉਹ ਜਿਹੜੇ ਗੰਦੇ ਗੱਦੇ ਪਏ ਸੀ ਤੇ ਉਹਨਾਂ ਗੰਦਿਆਂ ਨੂੰ ਕਹਿੰਦੇ ਵੀ ਆਹ ਕੀ ਗੱਦੇ ਹੈ ਜੀ। ਤੇ ਜਿਹੜਾ ਸੰਸਾਰ ਪ੍ਰਸਿੱਧ ਸਪਾਈਨ ਸਰਜਨ ਹੈ ਡਾਕਟਰ ਰਾਜ ਬਹਾਦਰ, ਤੇ ਫਿਰ ਜਿਵੇਂ ਉਹਨੂੰ ਗੱਦੇ ਤੇ ਪਵਾ ਕੇ ਤੇ ਲੋਟਣੀਆਂ ਲਵਾਉਣ ਵਾਲੀ ਗੱਲ ਕੀਤੀ ਹੈ ਉਹ ਆਪਾਂ ਸਾਰਿਆਂ ਨੇ ਦੇਖੀ ਹੈ, ਦੁਹਰਾਉਣ ਦੀ ਲੋੜ ਨਹੀਂ। ਉਹ ਤੋਂ ਬਾਅਦ
ਫਿਰ ਇਹ ਖਬਰਾਂ ਆ ਗਈਆਂ ਸੀ ਜੀ, ਕਹਿੰਦੇ ਕੁਝ ਗੱਦੇ ਭਜਵਾ ਦਿੱਤੇ ਸਿਹਤ ਮੰਤਰੀ ਜੀ ਨੇ। ਫਿਰ ਇਹ ਵੀ ਖਬਰਾਂ ਆ ਗਈਆਂ ਸੀ ਕਿ ਫਰੀਦਕੋਟ ਦੇ MLA ਸਾਹਿਬ ਗਏ ਆ ਬਾਹਰ ਵਿਦੇਸ਼ ਦੇ ਵਿੱਚ ਜੀ, ਉਹਨਾਂ ਨੇ ਵੀ ਲੋਕਾਂ ਨੂੰ ਬੇਨਤੀ ਕੀਤੀ ਕਿ ਲਿਓ ਭਾਈ ਤੁਸੀਂ ਗੱਦੇ ਭੇਜ ਦਿਓ, ਤੇ ਗੱਦੇ ਆਉਣੇ ਸ਼ੁਰੂ ਹੋ ਗਏ। ਹੁਣ ਇਹ ਮਾਮਲਾ ਠੀਕ ਹੈ, ਪਰ ਆ ਇੱਕ ਨਵਾਂ ਹੀ ਕੱਛ ਚੋਂ ਮੂਗਲਾ ਨਿਕਲਿਆ ਜੀ। ਉਹ ਕਹਿੰਦੇ ਜੀ ਉੱਥੇ ਜਿਹੜਾ ਸਮਾਣਾ ਹੈ ਇਹਨਾਂ ਦਾ ਹਲਕਾ ਜੀ, ਸਮਾਣੇ ਦੇ ਜਿਹੜੇ ਸਿਵਲ ਹਸਪੀਟਲ ਹੈ ਹਾਂ, ਉੱਥੇ ਪਾਣੀ ਦੇ ਨਮੂਨੇ ਲੈ ਲਏ। ਅੱਛਾ ਜੀ। ਪਾਣੀ ਤਾਂ ਹਰ ਇੱਕ ਬੰਦਾ ਪੀਂਦਾ ਹੈ, ਡਾਕਟਰ ਵੀ ਪੀਂਦੀਆਂ ਹੈ, ਨਰਸਾਂ ਵੀ ਪੀਂਦੀਆਂ ਹੈ। ਕਈ ਵਾਰੀ ਚਲੋ ਉਹਨਾਂ ਦੇ ਕੋਲੇ ਤਾਂ ਭਾਈ ਥੋੜਾ ਬਹੁਤਾ ਡਾਕਟਰਾਂ ਦੇ ਕੋਲੇ ਤਾਂ ਆਪਣੇ ਕਲੋਰੋਨ ਵਗੈਰਾ ਜਾਂ ਉਹ ਆਪਦੀਆਂ ਬੋਤਲਾਂ ਵੀ ਲਿਆ ਸਕਦੇ। ਤੇ ਜਿਹੜੀਆਂ ਕੰਟਰੈਕਟ ਦੇ ਉੱਤੇ ਨਰਸਾਂ ਕੁੜੀਆਂ ਕੰਮ ਕਰਦੀਆਂ ਵਿਚਾਰੀਆਂ, ਉਹਨਾਂ ਵਾਸਤੇ ਉਹਨਾਂ ਨੂੰ ਪਾਣੀ ਉਹੀ ਪੀਣਾ ਪੈਣਾ। ਤੇ ਮਰੀਜ਼ ਜਿਹੜਾ ਇਲਾਜ ਕਰਾਉਣ ਵਾਸਤੇ ਹੈ ਤੇ ਉਹਨਾਂ ਦੀ ਹਾਲਤ ਤਾਂ ਫਿਰ ਜੱਗੋ 13ਵੀਂ। ਉੱਥੇ ਜੀ ਕਹਿੰਦੇ 5 ਸੈਂਪਲ ਲਏ ਤੇ 5 ਹੀ ਫੇਲ। ਔਰ ਇਹ ਜਦੋਂ ਪੱਤਰਕਾਰ ਗਏ ਪੁੱਛਿਆ ਜਿਹੜੇ ਉੱਥੋਂ ਦੇ ਡਾਕਟਰ ਸਾਹਿਬ ਇੰਚਾਰਜ ਸੀ ਵੀ ਡਾਕਟਰ ਸਾਹਿਬ ਇਹ ਗੱਲ ਸਹੀ ਹੈ? ਉਹ ਕਹਿੰਦੇ ਜਮਾ ਸਹੀ ਹੈ। ਉਹ ਹੁਣ ਉਹਨਾਂ ਨੇ ਪੱਤਰਕਾਰਾਂ ਨੇ ਉੱਥੇ ਮਤਲਬ ਜਿਹੜੀਆਂ ਖਬਰਾਂ ਲਾਈਆਂ, ਮੈਂ ਅਖਬਾਰ ਦੇ ਵਿੱਚ ਆਏ ਨਹੀਂ ਅਖਬਾਰ, ਮੈਂ ਕਿਸੇ ਵੈਬਸਾਈਟ ਤੇ ਪੜ੍ਹਿਆ ਸੀ ਜੀ। ਉਹ ਕਹਿੰਦੇ ਵੀ ਜੋੜੇ ਮਾਜਰਾ ਸਾਹਿਬ ਬਾਕੀ ਤਾਂ ਗੱਲ ਠੀਕ ਹੈ, ਤੁਸੀਂ ਬੰਦੇ ਬਹੁਤ ਚੰਗੇ ਹੋ, ਹਿੰਮਤ ਬਹੁਤ ਕਰਦੇ ਹੋ, ਭੱਜ ਨੱਠ ਕਰਦੇ ਹੋ, ਚਲੋ ਸਿਹਤ ਤਾਂ ਸਾਰੇ ਪੰਜਾਬ ਦੀ ਬਚਾਉਣੀ ਹੈ, ਤੁਸੀਂ ਆ ਮੁਹੱਲਾ ਕਲੀਨਿਕ ਵੀ ਖੋਲ੍ਹਤੇ, ਬੁਨਿਆਦੀ ਸਹੂਲਤਾਂ ਆਪਦੇ ਹਸਪਤਾਲ 'ਚ ਤਾਂ ਪ੍ਰੋਵਾਈਡ ਕਰਾ ਦਿਓ। ਬਿਲਕੁਲ, ਇੱਥੇ ਆਪ ਹੀ ਲੰਮੇ ਪੈ ਜਾਓ ਬਿਸਤਰੇ ਤੇ, ਆਪ ਹੀ ਪਾਣੀ ਦਾ ਭਰ ਲਓ। ਹਾਂ ਉਹ ਲੋਕਾਂ ਨੂੰ ਪਿਆਉਣੇ ਇੱਥੇ ਆਪ ਭਰ ਲਓ। ਬਿਲਕੁਲ ਵੀ ਪਾਣੀ ਉਹ ਆਪ ਵੀ ਪੀ ਕੇ ਦਿਖਾਓ ਨਾ ਵੀ ਹੁਣ ਇਹ ਸ਼ੁੱਧ ਹੋ ਗਿਆ। ਆ ਦੇਖੋ, ਹਾਂ ਸ਼ੁੱਧ ਆ ਪਾਣੀ। ਇਹ ਤੁਸੀਂ ਇੱਕ ਮਿਸਾਲ ਜਿਹੜੀ ਹੈਗੀ ਹੈ ਐਗਜ਼ਾਮਪਲ ਸੈੱਟ ਕਰੋ। ਇਹ ਖਬਰ ਆ ਜੀ ਆਪਣੇ ਆਪ ਦੇ ਵਿੱਚ। ਸ਼ੁਕਰੀਆ ਜੀ ਢਿੱਲੋਂ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਾਦਾਨ ਨੂੰ ਇੱਥੇ ਹੀ ਸਮਾਪਤ ਕਰਨ ਦੀ ਤੁਹਾਡੇ ਤੋਂ ਆਗਿਆ ਲੈਂਦੇ ਜੀ। ਕੱਲ ਨੂੰ ਫਿਰ ਮੁਲਾਕਾਤ ਹੋਏਗੀ, ਸੋ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ। ਸ਼ਮਾਦਾਨ।